एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच चक्र चिन्ह अर बरन जात अर पात नहिन जेह रूप रंग अर रेख भेख को कह न सकत केह अचाल मूरत अनभव प्रकाश अमितोज कहिजै कोट इंद्र इंद्राण साहे सहान गणिजै त्रिभुवन महीप सुर नर असुर नेत नेत बन तृण कहत त्वै सर्ब नाम कथा कवन कर्म नाम वर्णत सुमत खड़ग केत मैं शरण तिहारी आप हाथ दे लेहो उबारी सर्ब ठार मोह सहाई दुष्ट दोख ते लेहो बचाई मूक उचरै शास्त्र खट पिंग गिरम चढ़ जाय अंध लखै बदरौ सुनै जो काल कृपा कराय कहा बुद्ध प्रभ तुच्छ हमारी बर न सकै महिमा जो तुहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जी। जब उदकरख करा कर तारा प्रजा धरत तब देह अपारा जब आकरख करत हों कब हूँ तुम मैं मिलत देह कर सब हूँ जब उदकरख करा कर तारा प्रजा धरत तब देह अपारा जब आकरख करत हों कब हूँ तुम मैं मिलत देह कर सब हूँ। वाहिगुरु जी का खालसा वाहिगुरु जी की फतेह। सच्चे पातशाह भगत वत्सल करुणा निधान दीना उत्ते दयालता करन वाले जुगो जुग अटल दास गुरु साहबाना दी जागदी जोत चवर छतर तख्तां दे मालक धन सतगुरु श्री गुरु ग्रंथ साहिब सच्चे पातशाह जियां दी पवित्र हजूरी अंदर जुड़ मिल बैठी ही सारी ही सतगुरां दी संगत बड़े ही वडभागे हो जो सतगुरां ने अपने ते बख्शिश करके जो सत संगत दियां घड़ियां दा जो सुख आपां नूं बख्शिश कीता है। गुरद्वारा साहिब विखे जो पवित्र गुरबाणियां दा नितनेम होया है अते हुण समा है जो लड़ीवार कथा विचार दा सोदार रहरास साहिब जी की पवित्र गुरबाणी तिस दी लड़ीवार कथा जो चल रही है पिछले दीवाना अंदर जो रहरास साहिब दे पवित्र 9 शब्द सन जो
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਦਰਜ ਹਨ, ਤਿਨਾਂ ਦੀ ਵਿਚਾਰ ਆਪਾਂ ਸਰਵਣ ਕਰਨਾ ਕੀਤੀ ਹੈ। ਉਸ ਤੋਂ ਉਪਰੰਤ ਕੱਲ ਜੋ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਬੇਨਤੀ ਚੌਪਈ ਬੇਨਤੀ ਰੂਪ ਅੰਦਰ ਜੋ ਸਤਿਗੁਰਾਂ ਨੇ ਪਰਮੇਸ਼ਰ ਅੱਗੇ ਉਚਾਰਨ ਕਰਨਾ ਕੀਤੀ ਸੀ, ਉਹ ਜੋ ਸ੍ਰੀ ਗੁਰੂ ਦਸਮ ਗ੍ਰੰਥ ਅੰਦਰ ਬਿਰਾਜਮਾਨ ਹੈ, ਤਿਨਾਂ ਦੀ ਵਿਚਾਰ ਕੱਲ ਆਰੰਭ ਹੋਈ ਸੀ, ਜਿਸ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਅੱਗੇ ਬੇਨਤੀਆਂ ਕੀਤੀਆਂ ਅਤੇ ਸਾਨੂੰ ਵੀ ਇਹ ਦੱਸਿਆ ਕਿ ਕਿਸ ਪ੍ਰਕਾਰ ਬੇਨਤੀਆਂ ਕਰਨੀਆਂ ਹਨ ਕਿ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕਿ ਸਾਡੀ ਰੱਖਿਆ ਕਰਨਾ ਕਰੋ ਹੇ ਪਰਮੇਸ਼ਰ ਆਪਣਾ ਹੱਥ ਦੇ ਕੇ, ਤੇ ਸਾਡੀ ਮਨ ਦੀ ਇੱਛਾ ਜਿਹੜੀ ਹੈ ਨਾ ਕਿ ਤੋਰ ਭਜਨ ਕੀ ਰਹਿ ਪਿਆਸਾ, ਤੁਹਾਡੇ ਭਜਨ ਦੀ ਪਿਆਸ ਲੱਗੀ ਰਵੇ, ਇਹ ਸਾਡੀ ਇੱਛਾ ਪੂਰੀ ਕਰਨਾ ਕਰੋ। ਤੇ ਇਸ ਪ੍ਰਕਾਰ ਸਤਿਗੁਰਾਂ ਨੇ ਪਰਮੇਸ਼ਰ ਨੂੰ ਨਮਸਕਾਰ ਕਰਨਾ ਕੀਤੀ ਕਿ ਜਿਸ ਪਰਮੇਸ਼ਰ ਨੇ ਸਾਰੀ ਹੀ ਸ੍ਰਿਸ਼ਟੀ ਸਾਰੀ ਹੀ ਪ੍ਰਜਾ ਨੂੰ ਸਾਜਣਾ ਕੀਤਾ ਹੈ, ਸੋ ਐਸੇ ਪਰਮੇਸ਼ਰ ਨੂੰ ਸਤਿਗੁਰਾਂ ਨੇ ਨਮਸਕਾਰ ਕੀਤੀ, ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ, ਘਟਾ ਘਟਾਂ ਦੀ ਜਾਣਦਾ ਹੈ, ਦਿਲਾਂ ਦਿਲਾਂ ਦੀ ਜਾਣਦਾ ਹੈ, ਭਲੇ ਬੁਰੇ ਕੀ ਪੀਰ ਪਛਾਨਤ। ਐਸਾ ਪਰਮੇਸ਼ਰ ਜੋ ਭਲੇ ਪੁਰਸ਼ਾਂ ਦੀ ਬੁਰਿਆਂ ਦੀ ਹਰੇਕ ਦੀ ਦਿਲ ਦੀ ਪੀੜ ਉਹ ਪਰਮੇਸ਼ਰ ਜਾਣਦਾ ਹੈ। ਐਸੇ ਪਰਮੇਸ਼ਰ ਅੱਗੇ ਸਤਿਗੁਰਾਂ ਨੇ ਬੇਨਤੀ ਕੀਤੀ ਅਤੇ ਸਾਨੂੰ ਵੀ ਇਹ ਹੁਕਮ ਕਰਕੇ ਦੱਸਿਆ ਕਿ ਜੋ ਬੇਨਤੀ ਕਰਨੀ ਉਹ ਪਰਮੇਸ਼ਰ ਅੱਗੇ ਹੀ ਕਰਨੀ ਹੈ, ਕਿਸੇ ਹੋਰ ਦਰ ਤੇ ਜਾ ਕਰਕੇ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਅਤੇ ਕੱਲ ਜੋ 12 ਪੌੜੀਆਂ ਸਨ ਚੌਪਈ ਸਾਹਿਬ ਦੀਆਂ ਉਹ ਸੰਪੂਰਨ ਹੋਈਆਂ ਸਨ। ਅੱਜ ਦੇ ਅਗਲੀਆਂ ਪੌੜੀਆਂ ਦੇ ਅੰਦਰ ਜੋ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਉਹ ਸਾਰੀ ਹੀ ਸੰਗਤ ਬੜੇ ਪ੍ਰੇਮ ਸਾਹਿਤ ਸਰਵਣ ਕਰਨ ਦਾ ਯਤਨ ਕਰੀਏ। ਦੋਏ ਕਰ ਜੋੜ ਸਤਿਗੁਰਾਂ ਅੱਗੇ ਸੀਸ ਨਿਵਾ ਕਰਕੇ ਸਾਰੇ ਹੀ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਉਦਕਰਖ ਕਰਾ ਕਰਤਾਰਾ, ਸਤਿਗੁਰੂ ਫਰਮਾ ਰਹੇ ਹਨ ਕਿ ਉਸ ਪਰਮੇਸ਼ਰ ਨੇ ਜਬ ਜਿਸ ਸਮੇਂ ਉਦਕਰਖ ਤੋਂ ਭਾਵ ਪੈਦਾ ਕਰਨਾ ਕੀਤਾ, ਵਿਸਥਾਰ ਕੀਤਾ, ਉਸ ਪਰਮੇਸ਼ਰ ਨੇ ਕਰਤਾਰਾ ਜੋ ਕਰਤਾ ਪੁਰਖ ਸਾਰਾ ਕੁਝ ਕਰਨ ਵਾਲੇ ਨੇ ਪਰਮੇਸ਼ਰ ਨੇ ਜਿਸ ਸਮੇਂ ਜੋ ਪੈਦਾ ਕਰਨਾ ਕੀਤਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਉਸ ਸਮੇਂ ਜਿਹੜੀ ਪ੍ਰਜਾ ਸੰਸਾਰ ਜੋ ਜੀਵ ਹਨ ਇਸ ਧਰਤੀ ਦੇ ਧਰਤ ਦੇ ਤਬ ਦੇਹ ਅਪਾਰਾ, ਕਿ ਉਹ ਅਪਾਰ ਹੋ ਗਏ, ਪੈਦਾ ਹੋ ਗਏ। ਜਿਸ ਸਮੇਂ ਪ੍ਰਭੂ ਦਾ ਹੁਕਮ ਹੋਇਆ, ਪ੍ਰਭੂ ਨੂੰ ਭਾਇਆ, ਉਸ ਨੇ ਉਦਕਰਖ ਕੀਤਾ, ਪੈਦਾ ਕੀਤੇ। ਜਬ ਆਕਰਖ ਕਰਤ ਹੋ ਕਬਹੂ, ਅਤੇ ਜਿਸ ਸਮੇਂ ਜਦੋਂ ਕਿਤੇ ਕਬਹੂ ਜਬ ਆਕਰਖ ਤੁਸੀਂ ਉਹਨਾਂ ਨੂੰ ਸਮੇਟਣਾ ਚਾਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਅਤੇ ਇਹ ਸਾਰੇ ਜੋ ਜੀਵ ਸ੍ਰਿਸ਼ਟੀ ਹੈ ਤੁਮ ਮੈਂ ਮਿਲਤ, ਸਾਰੇ ਹੀ ਤੇਰੇ ਅੰਦਰ ਹੈ ਪਰਮੇਸ਼ਰ, ਇਹ ਆਣ ਕਰਕੇ ਮਿਲ ਜਾਣਗੇ। ਦੇਹ ਧਰ ਸਭ ਹੂੰ, ਜਿਤਨੇ ਵੀ ਇਹ ਦੇਹ ਧਾਰ ਕਰਕੇ ਇਸ ਸੰਸਾਰ ਵਿੱਚ ਪੈਦਾ ਹੋਏ ਹਨ, ਇਹ ਪਰਮੇਸ਼ਰ ਉਹ ਤੁਹਾਡੇ ਅੰਦਰ ਹੀ ਆਣ ਕਰਕੇ ਮਿਲ ਜਾਣਗੇ ਜਦੋਂ ਤੁਸੀਂ ਉਹਨਾਂ ਦਾ ਆਕਰਖ ਕਰਨਾ ਚਾਹੋਗੇ। ਜਦੋਂ ਕਦੇ ਕਰੋਗੇ ਉਹ ਤੁਹਾਡੇ ਅੰਦਰ ਹੀ ਮਿਲ ਜਾਣਗੇ। ਜਿਸ ਪ੍ਰਕਾਰ ਦੇ ਨਾਲ ਸਮੁੰਦਰ 'ਚੋਂ ਛੱਲ ਉੱਠਦੀ ਹੈ, ਦੇਖਣ ਨੂੰ ਪ੍ਰਤੀਕ ਹੁੰਦਾ ਕਿ ਇਹ ਵੱਖਰੀ ਹੈ ਸਮੁੰਦਰ ਦੇ ਨਾਲੋਂ, ਪਰ ਜਿਸ ਸਮੇਂ ਉਹ ਸਮੁੰਦਰ ਦੇ ਵਿੱਚ ਹੀ ਸਮਾ ਜਾਵੇ ਤਾਂ ਫਿਰ ਉਸ ਨੂੰ ਕੋਈ ਵੱਖ ਕਰਕੇ ਨਹੀਂ ਦੇਖ ਸਕਦਾ। ਇਸ ਪ੍ਰਕਾਰ ਦੇ ਨਾਲ ਹੈ ਪਰਮੇਸ਼ਰ, ਜਿਸ ਸਮੇਂ ਤੁਸੀਂ ਉਦਕਰਖ ਕੀਤਾ, ਜੀਵਾਂ ਨੂੰ ਪੈਦਾ ਕੀਤਾ, ਸਾਰੇ ਹੀ ਜਿਹੜੀ ਧਰਤ ਇਹ ਜੀਵ ਪੈਦਾ ਹੋ ਗਏ। ਅਤੇ ਜਿਸ ਸਮੇਂ ਜਦੋਂ ਕਦੇ ਤੁਸੀਂ ਆਕਰਖ ਇਹਨਾਂ ਨੂੰ ਸਮੇਟੋਗੇ, ਇਹਨਾਂ ਨੂੰ ਖਤਮ ਕਰਨਾ ਚਾਹੋਗੇ, ਤਾਂ ਸਾਰੇ ਹੀ ਹੈ ਪਰਮੇਸ਼ਰ ਤੁਹਾਡੇ ਅੰਦਰ ਆਣ ਕਰਕੇ ਮਿਲ ਜਾਣਗੇ, ਸਮਾ ਜਾਣਗੇ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਜੇਤੇ ਬਦਨ ਜਿਤਨੇ ਵੀ ਸਰੀਰ ਇਸ ਸ੍ਰਿਸ਼ਟੀ ਅੰਦਰ ਧਾਰਨ ਕਰਕੇ ਜੀਵ ਆਏ ਹਨ,
ਆਪ ਆਪਣੀ ਬੂਝ ਉਚਾਰੈ। ਆਪ ਆਪਣੀ ਭਾਵ ਆਪੋ ਆਪਣੀ ਬੂਝ ਉਚਾਰੈ, ਸਮਝ ਦੇ ਅਨੁਸਾਰ हे ਪਰਮੇਸ਼ਰ ਉਹਨਾਂ ਨੇ ਤੁਹਾਨੂੰ ਉਚਾਰਨਾ ਕੀਤਾ ਹੈ। ਕਿ ਜਿੰਨੇ ਮੂੰਹ ਓਨੀਆਂ ਗੱਲਾਂ ਵਾਲੀ ਗੱਲ ਆ ਕਿ ਜਿਸ ਪ੍ਰਕਾਰ ਨਾਲ ਕਈ ਕਹਿ ਦਿੰਦੇ ਆ ਕਿ ਧਰਤੀ ਜਿਹੜੀ ਆ ਉਹ ਇੱਕ ਪਰਮਾਣੂ ਤੋਂ ਪੈਦਾ ਹੋਈ, ਕਈ ਕਹਿੰਦੇ ਕਿ ਇੱਕ ਆਂਡੇ ਦੇ ਵਿੱਚੋਂ ਇਹ ਧਰਤੀ ਪੈਦਾ ਹੋਈ। ਇਸ ਪ੍ਰਕਾਰ ਬਹੁਤ ਕਥਨ ਕਿ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ, ਜਿਤਨੇ ਵੀ ਇਸ ਸ੍ਰਿਸ਼ਟੀ ਅੰਦਰ ਜੀਵ ਹਨ ਆਪ ਆਪਣੀ ਬੂਝ ਉਚਾਰੈ, ਆਪੋ ਆਪਦੀ ਸਮਝ ਦੇ ਅਨੁਸਾਰ ਇਹ ਪਰਮੇਸ਼ਰ ਤੁਹਾਨੂੰ ਉਚਾਰਨਾ ਕਰ ਰਹੇ ਹਨ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ ਕਰਨਾ ਕੀਤੀ ਨਾ ਕਿ ਉਹ ਕਿਹੜਾ ਵੇਲਾ ਸੀ, ਕਿਹੜਾ ਵਕਤ ਸੀ, ਕਿਹੜਾ ਸਮਾਂ ਸੀ, ਕਿਹੜਾ ਦਿਨ ਸੀ, ਕਿਹੜਾ ਵਾਰ ਸੀ ਜਿਸ ਸਮੇਂ ਪਰਮੇਸ਼ਰ ਨੇ ਧਰਤੀ ਨੂੰ ਬਣਾਉਣਾ ਕੀਤਾ। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ਜਾ ਕਰਤਾ ਸ੍ਰਿਸ਼ਟੀ ਕਉ ਸਾਜੇ ਆਪੇ ਜਾਣੈ ਸੋਈ। ਕਿ ਉਸ ਪਰਮੇਸ਼ਰ ਨੇ ਜਿਹੜੀ ਇਸ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਉਹ ਆਪ ਹੀ ਜਾਣਦਾ, ਕੋਈ ਇਸ ਪ੍ਰਕਾਰ ਨਾ ਦੱਸ ਨਹੀਂ ਸਕਦਾ। ਪਰ ਸਾਰਿਆਂ ਨੇ ਕਥਨ ਕਰਨ ਦਾ ਯਤਨ ਕੀਤਾ ਆਪੋ ਆਪਦੀ ਬੁੱਧੀ ਅਨੁਸਾਰ। ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ। ਤੁਹਾਨੂੰ ਭਿੰਨ ਭਿੰਨ ਵੱਖ ਵੱਖ ਤਰੀਕਿਆਂ ਨਾਲ ਉਹਨਾਂ ਨੇ ਵਰਣਨ ਉਚਾਰਨਾ ਕੀਤਾ। ਤੁਮ ਸਭ ਹੀ ਤੇ ਰਹਿਤ ਨਿਰਾਲਮ। हे ਪਰਮੇਸ਼ਰ ਪਰ ਤੁਸੀਂ ਤਾਂ ਸਾਰਿਆਂ ਤੋਂ ਹੀ ਨਿਰਾਲਮ, ਸਾਰਿਆਂ ਤੋਂ ਹੀ ਵੱਖਰੇ ਹੋ ਕਰਕੇ ਰਹਿ ਰਹੇ ਹੋ। ਭਾਵੇਂ ਤੁਸੀਂ ਸਾਰੇ ਸੰਸਾਰ ਦੇ ਅੰਦਰ ਸਾਰੇ ਜੀਵਾਂ ਦੇ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਹਰੇਕ ਦੇ ਅੰਦਰ ਤੁਹਾਡੀ ਜੋਤ ਹੈ। ਪਰ ਤੁਸੀਂ ਇਸ ਮਾਇਆ ਦੇ ਝਮੇਲਿਆਂ ਤੋਂ, ਮਾਇਆ ਦੇ ਮੋਹ ਤੋਂ ਅਤੇ ਇਸ ਪ੍ਰਕਾਰ ਨਾਲ ਸਭ ਹੀ ਤੇ ਰਹਿਤ ਨਿਰਾਲਮ, ਤੁਸੀਂ ਸਾਰਿਆਂ ਤੋਂ ਹੀ ਨਿਰਾਲਮ ਨਿਰਲੇਪ ਹੋ ਕਰਕੇ ਰਹਿ ਰਹੇ ਹੋ। ਜਾਨਤ ਬੇਦ ਭੇਦ ਅਰੇ ਆਲਮ। ਇਹ ਜਿਹੜੇ ਭੇਦ ਦੀ ਗੱਲ ਆ ਨਾ ਕਿ ਤੁਸੀਂ ਨਿਰਾਲਮ ਹੋ ਕਰਕੇ ਰਹਿ ਰਹੇ ਹੋ। ਜਾਨਤ ਬੇਦ, ਇਹ ਜਿਹੜੇ ਵੇਦਾਂ ਦੇ ਅੰਦਰ ਵੀ ਇਹ ਭੇਦ ਦੀ ਗੱਲ ਲਿਖੀ ਉਹ ਵੀ ਇਹ ਗੱਲ ਜਾਣਦੇ ਹਨ। ਨਿਰੰਕਾਰ ਆਲਮ, ਅਤੇ ਜੋ ਗਿਆਨੀ ਪੁਰਸ਼ ਗਿਆਨ ਕਥਨ ਕਰਨ ਵਾਲੇ ਵੀ ਇਹ ਗੱਲ ਨੂੰ ਜਾਣਦੇ ਹਨ, ਭੇਦ ਦੀ ਗੱਲ ਨੂੰ। ਨਿਰੰਕਾਰ ਨਿਰਭਕਾਰ ਨਿਰਲੰਭ। ਨਿਰੰਕਾਰ ਜਿਹੜਾ ਨਿਰਾਕਾਰ ਪਰਮੇਸ਼ਰ ਹੈ, ਨਿਰੰਕਾਰ ਨਿਰਾਕਾਰ ਨਿਰਲੰਭ, ਨਿਰੰਕਾਰ ਨਿਰਭਕਾਰ ਨਿਰਲੰਭ। ਜਿਹੜਾ ਪਰਮੇਸ਼ਰ ਨਿਰਾਕਾਰ ਹੈ, ਜਿਹੜਾ ਆਕਾਰ ਤੋਂ ਰਹਿਤ ਹੈ, ਨਿਰਲੰਭ ਉਹ ਆਸਰੇ ਤੋਂ ਰਹਿਤ ਹੈ। ਉਹ ਪਰਮੇਸ਼ਰ ਨੂੰ ਕਿਸੇ ਦਾ ਆਸਰਾ ਨਹੀਂ। ਆਦ ਅਨੀਲ ਅਨਾਦ ਅਸੰਭ। ਜੋ ਪਰਮੇਸ਼ਰ ਆਦ ਤੋਂ ਹੀ ਹੈ, ਆਦ ਤੋਂ ਹੀ ਉਹ ਪਰਮੇਸ਼ਰ ਬਣਿਆ ਹੋਇਆ ਸਥਿਰ ਹੈ। ਅਨੀਲ ਭਾਵ ਗਿਣਤੀ ਤੋਂ ਰਹਿਤ ਹੈ, ਅਨਾਦ ਭਾਵ ਆਦ ਤੋਂ ਰਹਿਤ ਜਿਹਦਾ ਕੋਈ ਆਦ ਆਰੰਭ ਨਹੀਂ, ਅਤੇ ਅਸੰਭ ਭਾਵ ਅਸਚਰਜ ਰੂਪ ਆਪਦੇ ਆਪ ਤੋਂ ਪ੍ਰਕਾਸ਼ ਹੋਇਆ ਹੋਇਆ। ਐਸਾ ਉਹ ਪਰਮੇਸ਼ਰ ਆਦ ਅਨੀਲ ਅਨਾਦ ਅਤੇ ਅਸੰਭ ਹੈ। ਉਹ ਤਾਕਾ ਮੂੜ ਉਚਾਰਤ ਭੇਦਾ। ਉਸ ਪਰਮੇਸ਼ਰ ਦਾ ਜਿਹੜਾ ਭੇਦ ਹੈ ਉਹ ਇਹ ਮੂਰਖ ਜਿਹੜਾ ਜੀਵ ਉਚਾਰਨ ਕਰਨ ਦਾ ਯਤਨ ਕਰਦਾ ਹੈ, ਉਚਾਰ ਕਰਦਾ ਹੈ। ਜਾਕੋ ਭੇਵ ਨ ਪਾਵਤ ਬੇਦਾ। ਜਾਕੋ ਜਿਸ ਪਰਮੇਸ਼ਰ ਦਾ ਭੇਵ ਭਾਵ ਭੇਦ ਨਾ ਪਾਵਤ ਬੇਦਾ, ਕਿ ਜਿਸ ਪਰਮੇਸ਼ਰ ਦਾ ਜਿਹੜਾ ਭੇਦ ਆ ਉਹ ਵੇਦਾਂ ਨੇ ਨਹੀਂ ਜਾਣ ਪਾਇਆ, ਵੇਦ ਨਹੀਂ ਕਥਨ ਕਰ ਸਕੇ। ਤੇ ਇਹ ਮੂਰਖ ਜੀਵ ਤਾਕਾ ਮੂੜ ਉਚਾਰਤ ਭੇਦਾ, ਤੇ ਇਹ ਪਰਮੇਸ਼ਰ ਦਾ ਭੇਦ ਉਚਾਰਨ ਕਰ ਰਿਹਾ ਹੈ, ਉਚਾਰਨ ਕਰਨ ਦਾ ਯਤਨ ਕਰ ਰਿਹਾ ਹੈ। ਤਾਕੋ ਕਿਰਪਾਹਨ ਅਨੁਮਾਨਤ। ਐਸਾ ਇਹ ਮੂਰਖ ਜੀਵ ਹੈ। ਤਾਕੋ ਕਰ ਪਾਹਣ ਅਨੁਮਾਨ। ਤਾਕੋ ਭਾਵ ਪਰਮੇਸ਼ਰ ਨੂੰ, ਪਾਹਣ ਭਾਵ ਪੱਥਰ ਕਰਕੇ, ਅਨੁਮਾਨਤ ਮੰਨ ਰਿਹਾ ਹੈ, ਪੂਜ ਰਿਹਾ ਹੈ। ਐਸਾ ਇਹ ਮੂਰਖ ਜੀਵ ਹੈ ਕਿ ਪਰਮੇਸ਼ਰ ਨੂੰ ਪੱਥਰ ਜਾਣ ਕਰਕੇ ਮੰਨ ਰਿਹਾ ਹੈ। ਪਾਖਾਨ ਗੱਡ ਕੈ ਮੂਰਤ ਕੀਨੀ, ਦੇ ਕੇ ਛਾਤੀ ਪਾਓ। ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਕਿ ਜਿਸ ਸਮੇਂ ਘਾੜਤ ਕਰਨ ਵਾਲੇ ਨੇ ਇਸ ਮੂਰਤੀ ਦੀ ਘਾੜਤ ਕਰਨਾ ਕੀਤੀ, ਮੂਰਤੀ ਨੂੰ ਪੱਥਰ ਨੂੰ ਘੜ ਕੇ ਇਹ ਮੂਰਤੀ ਬਣਾਈ, ਤਾਂ ਉਸ ਦੇ ਛਾਤੀ ਤੇ ਪੈਰ ਰੱਖ ਕੇ ਕਈ ਤਰੀਕਿਆਂ ਦੇ ਨਾਲ ਉਸ ਨੇ ਇਹ ਮੂਰਤੀ ਘੜੀ। ਤੇ ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਬੀ ਇਹ ਸੱਚੀ ਭਗਵਾਨ ਆ ਇਹ ਪੱਥਰ, ਇਹ ਮੂਰਤੀ, ਤਾਂ ਫਿਰ ਸਭ ਤੋਂ ਪਹਿਲਾਂ ਤਾਂ ਉਸ ਘੜਨ ਵਾਲੇ ਨੂੰ ਹੀ ਖਾ ਜਾਣਾ ਚਾਹੀਦਾ ਹੈ। ਉਸਨੇ ਇਸ ਦੀ ਬੇਅਦਬੀ ਕੀਤੀ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਕਿ ਇਹ ਜੋ ਮੂਰਖ ਹੈ ਜੀਵ, ਤਾਕੋ ਕਰ ਪਾਹਣ ਅਨੁਮਾਨਤ, ਉਹਨੂੰ ਪੱਥਰ ਜਾਣ ਕੇ ਪੂਜ ਰਿਹਾ ਹੈ। ਮਹਾਮੂੜ ਕਛ ਭੇਦ ਨ ਜਾਣਤ। ਮਹਾਮੂੜ ਅਤ ਦਾ ਮੂਰਖ, ਮਹਾਮੂੜ ਕਛ ਭੇਦ ਨਾ ਜਾਣਤ। ਕਛ ਵੀ ਵਰਤਾ ਜਿੰਨਾ ਵੀ ਭੇਦ ਦੀ ਉਹ
ਜਾਣ ਹੀ ਨਹੀਂ ਸਕਦਾ ਭੇਦ ਦੀ ਗੱਲ ਨੂੰ, ਉਹ ਜਾਣ ਹੀ ਨਹੀਂ ਸਕਿਆ। ਮਹਾਦੇਵ ਕੋ ਕਹਿਤ ਸਦਾ ਸਿਵ, ਮਹਾਦੇਵ ਕੋ, ਜਿਹੜਾ ਮਹਾਦੇਵ ਜਿਹੜਾ ਉਸ ਨੂੰ ਇਹ ਕਹਿਤ ਸਦਾ ਸਿਵ, ਉਹ ਇਹ ਕਹਿ ਰਿਹਾ ਹੈ ਕਿ ਸਦਾ ਸਿਵ, ਇਹ ਸਦਾ ਹੀ ਰਹਿਣ ਵਾਲਾ ਭਾਵ ਜੋ ਮਹਾਦੇਵੀ ਪਰਮਾਤਮਾ ਹੈ। ਸਤਿਗੁਰੂ ਫਰਮਾ ਰਹੇ ਹਨ ਕਈ ਜੀਵ ਪੱਥਰ ਮੰਨ ਕੇ ਪੂਜੀ ਜਾ ਰਹੇ ਹਨ ਅਤੇ ਕਈ ਮਹਾਦੇਵ ਨੂੰ ਹੀ ਪਰਮੇਸ਼ਰ ਜਾਣ ਕਰਕੇ ਪੂਜ ਰਹੇ ਹਨ। ਨਿਰੰਕਾਰ ਕਾ ਚੀਨਤ ਨਹਿ ਭਿਵ, ਪਰ ਉਸ ਨਿਰੰਕਾਰ ਪਰਮਾਤਮਾ ਜਿਹੜਾ ਨਿਰਾਕਾਰ ਤੋਂ ਰਹਿਤ ਕਾ ਚੀਨਤ ਨਹਿ ਭਿਵ, ਕਿ ਉਸ ਦਾ ਜਿਹੜਾ ਭੇਦ ਆ ਉਹ ਚੀਨਤ ਨਹਿ, ਉਸ ਨੂੰ ਚੇਤੇ ਨਹੀਂ ਕਰਦਾ, ਉਸ ਦਾ ਭੇਦ ਇਹ ਨਹੀਂ ਪਾ ਸਕਿਆ, ਉਸ ਪਰਮੇਸ਼ਰ ਨੂੰ ਇਹ ਜਾਣ ਨਹੀਂ ਸਕਿਆ। ਐਸਾ ਇਹ ਮੂਰਖ ਜੀਵ ਹੈ, ਇਹ ਪੱਥਰਾਂ ਨੂੰ ਪੂਜਣ ਵਿੱਚ ਅਤੇ ਸ਼ਿਵ ਜੀ ਮਹਾਦੇਵ ਨੂੰ ਹੀ ਇਹ ਪਰਮਾਤਮਾ ਕਹਿ ਕੇ ਪੂਜਣ ਦੇ ਵਿੱਚ ਲੱਗਾ ਹੋਇਆ ਹੈ। ਆਪ ਆਪਣੀ ਬੁੱਧ ਹੈ ਜੇਤੀ, ਆਪੋ ਆਪਣੀ ਬੁੱਧ, ਆਪ ਆਪਣੀ ਬੁੱਧ ਹੈ ਜੇਤੀ, ਜਿਨ੍ਹਾਂ ਦੀ ਵੀ ਆਪੋ ਆਪਣੀ ਬੁੱਧੀ ਹੈ। ਵਰਨਤ ਭਿੰਨ ਭਿੰਨ ਤੂੰ ਹੈ ਤੇਤੀ, ਸਾਰਿਆਂ ਨੇ ਹੀ ਭਿੰਨ ਭਿੰਨ ਕਰਕੇ ਵਰਣਾ ਕਥਨ ਕਰਨ ਦਾ ਯਤਨ ਕੀਤਾ ਹੈ। ਸਾਰੇ ਕਥਨ ਕਰ ਰਹੇ ਹਨ ਇਹ ਪਰਮੇਸ਼ਰ। ਤੁਮਰਾ ਲਖਾ ਨ ਜਾਏ ਪਸਾਰਾ, ਪਰ ਹੇ ਪਰਮੇਸ਼ਰ ਤੁਮਰਾ ਲਖਾਣਾ ਜਾਏ ਪਸਾਰਾ, ਕਿ ਜਿਹੜਾ ਤੁਹਾਡਾ ਤੁਸੀਂ ਇਹ ਪਸਾਰਾ ਕੀਤਾ ਹੈ ਨਾ, ਇਹ ਲਖਿਆ ਨਹੀਂ ਜਾ ਸਕਦਾ ਕਿਸੇ ਪਾਸੋਂ ਵੀ। ਵਰਨਤ ਭਿੰਨ ਭਿੰਨ ਤੋਹੇ ਤੇਤੀ, ਕਿ ਭਿੰਨ ਭਿੰਨ ਪ੍ਰਕਾਰਾਂ ਦੇ ਨਾਲ ਸਾਰਿਆਂ ਨੇ ਕਥਨ ਕਰਨ ਦਾ ਯਤਨ ਕੀਤਾ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਵਰਨ ਨ ਦਿਸੈ ਚਿਹਨ ਨ ਲਖੀਐ, ਸੁਹਾਗਨ ਸਾਤ ਬੁਝਹੀਓ, ਕਿ ਉਸ ਦਾ ਵਰਣਨ ਨਹੀਂ ਲਿਖਿਆ ਜਾ ਸਕਦਾ, ਉਸ ਦਾ ਚਿਹਨ ਨਹੀਂ ਲਿਖਿਆ ਜਾ ਸਕਦਾ। ਕਈ ਕਹਿ ਰਹੇ ਹਨ ਕਿ ਉਹ ਅੰਦਰ ਹੈ, ਕਈ ਕਹਿੰਦੇ ਬਾਹਰ। ਇਸ ਪ੍ਰਕਾਰ ਵਰਣਤ ਭਿੰਨ ਭਿੰਨ ਵੱਖ ਵੱਖ ਤਰੀਕਿਆਂ ਦੇ ਨਾਲ ਵੱਖ ਵੱਖ ਕਹਿ ਕਰਕੇ ਇਹ ਪਰਮੇਸ਼ਰ ਵਰਣਨ ਦਾ ਯਤਨ ਕੀਤਾ ਹੈ ਸਾਰਿਆਂ ਨੇ ਹੀ। ਪਰ ਤੁਮਰਾ ਲਖਾ ਨਾ ਜਾਏ ਪਸਾਰਾ, ਜਿਹੜਾ ਤੁਹਾਡਾ ਪਸਾਰਾ ਹੈ ਇਹ ਲਿਖਿਆ ਨਹੀਂ ਜਾ ਗਿਆ ਕਿਸੇ ਪਾਸੋਂ। ਇਸ ਪ੍ਰਕਾਰ ਨਾਲ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਨਾ, ਕਿ ਪਾਤਾਲਾ ਪਾਤਾਲ ਲੱਖ ਅਗਾਸਾ ਅਗਾਸ, ਜਿਸ ਸਮੇਂ ਸਤਿਗੁਰਾਂ ਨੇ ਇਹ ਬਚਨ ਉਚਾਰਿਆ ਤਾਂ ਸਿੱਖਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਸਤਿਗੁਰੂ, ਜੋ ਹਿੰਦੂ ਮਤ ਦੇ ਗ੍ਰੰਥ ਹਨ, ਜੋ ਇਹ ਪੀਰ ਹਨ, ਇਹ ਮੰਨਦੇ ਹਨ ਕਿ ਜੋ 7 ਪਤਾਲ ਤੇ 7 ਆਕਾਸ਼ ਭਾਵ 14 ਲੋਕ ਹਨ। ਤੁਸੀਂ ਕਹਿ ਰਹੇ ਹੋ ਹੇ ਸਤਿਗੁਰੂ ਕਿ ਪਾਤਾਲਾ ਪਾਤਾਲ ਲੱਖ, ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਲੱਖਾਂ ਹੀ ਹਨ। ਤਾਂ ਸਤਿਗੁਰਾਂ ਨੇ ਉੱਥੇ ਬਚਨ ਫਰਮਾਇਆ ਕਿ ਉਹ ਵੀ ਸਹੀ ਕਹਿ ਰਹੇ ਹਨ, ਉਹ ਸੱਚੇ ਹਨ ਤੇ ਅਸੀਂ ਵੀ ਸਹੀ ਕਹਿ ਰਹੇ ਹਾਂ। ਤੇ ਸਿੱਖਾਂ ਨੇ ਆਖਿਆ ਵੀ ਇਹ ਕਿਵੇਂ ਹੋ ਸਕਦਾ ਵੀ ਉਹ ਵੀ ਸੱਚੇ ਸਹੀ ਹੋਣ ਤੇ ਤੁਹਾਡੀ ਗੱਲ ਵੀ ਸਹੀ ਹੋਵੇ। ਸਤਿਗੁਰਾਂ ਨੇ ਕਿਹਾ ਫਿਰ ਜਿਸ ਨੂੰ ਪਰਮਾਤਮਾ ਨੇ ਜਿੰਨੇ ਕੁ ਦਿਖਾ ਦਿੱਤੇ, ਜਿੰਨੇ ਕੁ ਕਿਸੇ ਨੇ ਜਾਣ ਲਏ, ਉਹਨੇ ਉਸ ਨੇ ਕਥਨ ਕਰ ਦਿੱਤੇ। ਸਾਨੂੰ ਪਰਮੇਸ਼ਰ ਨੇ ਲੱਖਾਂ ਦਿਖਾਏ, ਅਸੀਂ ਲੱਖਾਂ ਕਹਿ ਦਿੱਤੇ। ਤੇ ਉਹਨਾਂ ਨੂੰ ਜੇਕਰ ਪਰਮੇਸ਼ਰ ਨੇ 7 ਕਰਕੇ 14 ਹੀ ਗਿਣਾਏ, 14 ਹੀ ਜਨਾਉਣਾ ਕੀਤੇ ਦਿਖਾਏ, ਤਾਂ ਉਹਨਾਂ ਨੇ ਫਿਰ 14 ਹੀ ਕਹੇ, 7 ਪਤਾਲ ਤੇ 7 ਆਕਾਸ਼। ਤੇ ਇਸ ਬਚਨ ਤੋਂ ਬਾਅਦ ਫਿਰ ਜੋ ਪੀਰ ਆਇਆ ਸੀ ਨਾ ਸਤਿਗੁਰਾਂ ਪਾਸ, ਵੀ ਤੁਸੀਂ ਕਿਸ ਪ੍ਰਕਾਰ ਨਾਲ ਲੱਖ ਪਤਾਲ ਤੇ ਲੱਖ ਆਕਾਸ਼ ਕਹੇ ਹਨ, ਸਾਡੇ ਗ੍ਰੰਥਾਂ ਵਿੱਚ ਤਾਂ 7 ਪਤਾਲ ਤੇ 7 ਆਕਾਸ਼ ਲਿਖੇ ਹਨ। ਤਾਂ ਉਸ ਸਮੇਂ ਫਿਰ ਭਾਈ ਗੁਰਦਾਸ ਜੀ ਬਚਨ ਫਰਮਾਉਂਦੇ ਹਨ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਕਿ ਫਿਰ ਉਸ ਸਮੇਂ ਸਤਿਗੁਰਾਂ ਨੇ ਜੋ ਪੀਰ ਦਾ ਪੁੱਤਰ ਸੀਗਾ ਵੀ ਉਸ ਨੂੰ ਨਾਲ ਲੈ ਕਰਕੇ ਸਾਰੇ ਪਤਾਲ ਤੇ ਸਾਰੇ ਲੱਖਾਂ ਹੀ ਆਕਾਸ਼ਾਂ ਦੇ ਦਰਸ਼ਨ ਕਰਾ ਦਿੱਤੇ ਸੀ। ਤੇ ਉੱਥੋਂ ਫਿਰ ਉਹ ਦੇਗ ਲੈ ਕੇ ਆਏ ਸੀ, ਜੋ ਉਸ ਦਾ ਪੀਰ ਦਾ ਬੇਟਾ ਸਤਿਗੁਰਾਂ ਦੇ ਨਾਲ ਗਿਆ, ਉਹ ਲੈ ਕੇ ਆਇਆ ਦੇਗ। ਤੇ ਉਸ ਸਮੇਂ ਫਿਰ ਇਹ ਪੀਰ ਨੂੰ ਦਰਸਾਇਆ ਸਤਿਗੁਰਾਂ ਨੇ, ਕਿ ਉਸ ਪੁੱਤਰ ਨੇ ਫਿਰ ਮੂੰਹੋਂ ਦੱਸਿਆ ਕਿ ਹਾਂ ਮੈਂ ਲੱਖਾਂ ਪਤਾਲਾਂ ਆਕਾਸ਼ਾਂ ਦੇ ਦਰਸ਼ਨ ਕਰ ਆਇਆ ਹਾਂ, ਹਜੇ ਮੁੱਕਣ ਹੀ ਸੀ ਰਹੇ। ਉਹ ਤਾਂ ਮੈਂ ਬੇਨਤੀ ਕੀਤੀ ਸਤਿਗੁਰਾਂ ਨੂੰ ਕਿ ਬਸ ਹੁਣ ਚੱਲੀਏ, ਕਾਫੀ ਸਮਾਂ ਹੋ ਗਿਆ। ਤਾਂ ਇਸ ਪ੍ਰਕਾਰ ਨਾਲ ਜਿਹੜੇ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਸਤਿਗੁਰਾਂ ਨੇ ਵਰਣਨ ਕਰਨਾ ਕੀਤੇ ਕਿ ਤੁਮਰਾ ਲਖਾ ਨਾ ਜਾਏ ਪਸਾਰਾ। ਇਤਨਾ ਵੱਡਾ ਇਤਨਾ ਸ੍ਰੇਸ਼ਟ ਜਿਹੜਾ ਆਪ ਜੀ ਦਾ ਇਹ ਪਰਮੇਸ਼ਰ ਪਸਾਰਾ ਹੈ, ਉਹ ਕਿਸੇ ਪਾਸੋਂ ਵੀ ਲਿਖਿਆ ਨਹੀਂ ਗਿਆ, ਦੱਸਿਆ ਨਹੀਂ ਗਿਆ। ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਕਿਹ ਬਿਦ ਕਿਸ ਤਰੀਕੇ ਦੇ ਨਾਲ ਸਜਾ ਸਾਜਿਆ ਪ੍ਰਥਮ ਸੰਸਾਰਾ, ਕਿ ਪਹਿਲਾਂ ਤੁਸੀਂ ਆਰੰਭ ਦੇ ਵਿੱਚ ਕਿਸ ਤਰੀਕੇ ਨਾਲ ਸੰਸਾਰ ਨੂੰ ਸਾਜਣਾ ਕੀਤਾ, ਪੈਦਾ ਕਰਨਾ ਕੀਤਾ। ਇਹ ਭੇਦ ਇਹ ਤੁਹਾਡਾ ਪਸਾਰਾ ਕਿਸੇ ਪਾਸੋਂ ਨਹੀਂ ਲਿਖਿਆ ਗਿਆ। ਏਕੈ ਰੂਪ ਅਨੂਪ ਸਰੂਪਾ, ਏਕੈ ਰੂਪ ਹੈ ਪਰਮੇਸ਼ਰ, ਤੁਸੀਂ ਜੋ ਇੱਕ ਰੂਪ ਹੋ, ਤੁਹਾਡੇ ਵਰਗਾ ਕੋਈ ਨਹੀਂ। ਅਨੂਪ ਭਾਵ ਸੁੰਦਰ ਸਰੂਪ ਹੋ।
ਐਸੇ ਤੁਸੀਂ ਪਰਮੇਸ਼ਰ ਸਰੂਪਾ, ਤੁਹਾਡਾ ਸਰੂਪ ਸੁੰਦਰ ਹੈ। ਰੰਕ ਭਇਓ ਰਾਵ ਕਹੀ ਭੂਪਾ, ਰੰਕ ਪਇਓ, ਕਿਤੇ ਹੈ ਪਰਮੇਸ਼ਰ ਤੁਸੀਂ ਰੰਕ ਕੰਗਾਲ ਹੋ ਕਰਕੇ ਫਿਰ ਰਹੇ ਹੋ। ਰਾਵ, ਕਿਤੇ ਇਹ ਪਰਮੇਸ਼ਰ ਤੁਸੀਂ ਰਾਜਾ ਬਣ ਕੇ ਬੈਠੇ ਹੋ, ਵਿਰਾਜ ਰਹੇ ਹੋ। ਅਤੇ ਭੂਪਾ, ਇਸ ਪ੍ਰਕਾਰ ਨਾਲ ਕਿਸੇ ਕਿਤੇ ਤੁਸੀਂ ਹੈ ਪਰਮੇਸ਼ਰ ਮਹਾਰਾਜਾ, ਵੱਡੇ ਰਾਜੇ ਬਣ ਕਰਕੇ ਬੈਠ ਰਹੇ ਹੋ। ਰੰਕ ਭਇਓ ਰਾਵ ਕਹੀ ਭੂਪਾ, ਇਸ ਪ੍ਰਕਾਰ ਨਾਲ ਤੁਸੀਂ ਹਰੇਕ ਜੀਵਾਂ ਦੇ ਅੰਦਰ ਆਪ ਹੀ ਵਿਚਰ ਰਹੇ ਹੋ। ਅੰਡਜ ਜੇਰਜ ਸੇਤਜ ਕੀਨੀ, ਅੰਡਜ, ਇਹ ਪਰਮੇਸ਼ਰ ਤੁਸੀਂ ਜੋ ਚਾਰ ਖਾਣੀਆਂ ਪੈਦਾ ਕਰਨਾ ਕੀਤੀਆਂ। ਅੰਡਜ, ਜਿਵੇਂ ਜੋ ਪੰਛੀ ਹਨ ਉਹ ਆਂਡਿਆਂ ਦੇ ਵਿੱਚੋਂ ਪੈਦਾ ਹੁੰਦੇ ਹਨ, ਨਿੱਕੇ ਨਿੱਕੇ ਬੋਟ। ਅਤੇ ਜੇਰਜ, ਜਿਸ ਪ੍ਰਕਾਰ ਨਾਲ ਮਨੁੱਖ ਅਤੇ ਜੋ ਜਾਨਵਰ ਹਨ ਜੇਰ ਦੀ ਤਰ੍ਹਾਂ, ਜੇਰ ਦੇ ਜ਼ਰੀਏ ਪੈਦਾ ਹੋਏ ਹਨ। ਅਤੇ ਤੀਸਰਾ ਜੋ ਸੇਤਜ, ਜੋ ਪਸੀਨੇ ਤੋਂ ਪੈਦਾ ਹੋਏ ਹਨ, ਮੁੜਕੇ ਤੋਂ, ਜਿਸ ਪ੍ਰਕਾਰ ਨਾਲ ਮੱਛਰ, ਕੀਟ, ਕੀਟਾਣੂ ਆਦਿਕ। ਇਹ ਤੀਜੀ ਖਾਣੀ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਕਿ ਅੰਡਜ ਜੇਰਜ ਸੇਤਜ ਕੀਨੀ, ਇਹ ਤੁਸੀਂ ਤਿੰਨ ਖਾਣੀਆਂ ਪੈਦਾ ਕਰਨਾ ਕੀਤੀਆਂ। ਉਤ ਭੁਜ ਖਾਨ ਬਹੁਰ ਰਚ ਦੀਨੀ, ਬਹੁਰ, ਅਤੇ ਫਿਰ ਉਤਪੁਜ ਖਾਣੀ ਵੀ ਰਚ ਦਿੱਤੀ ਚੌਥੀ ਜਿਹੜੀ। ਉਤਪੁਜ ਜੋ ਧਰਤੀ ਦੇ ਵਿੱਚੋਂ ਉਪਜਦੇ ਹਨ, ਧਰਤੀ ਨੂੰ ਪਾੜ ਕੇ ਨਿਕਲਦੇ ਹਨ, ਜਿਸ ਪ੍ਰਕਾਰ ਬਨਸਪਤੀ ਅਤੇ ਰੁੱਖ ਬਿਰਖ ਆਦਿਕ, ਇਹ ਤੁਸੀਂ ਚੌਥੀ ਖਾਣੀ ਵੀ ਪੈਦਾ ਕਰਨਾ ਕਰ ਦਿੱਤੀ। ਕਹੂੰ ਫੂਲ ਰਾਜਾ ਹੈ ਬੈਠਾ, ਕਹੂੰ ਫੂਲ ਰਾਜਾ ਹਵੈ ਬੈਠਾ, ਕਿਤੇ ਹੈ ਪਰਮੇਸ਼ਰ ਤੁਸੀਂ ਫੂਲ ਭਾਵ ਪ੍ਰਫੁੱਲਤ ਹੋ ਕੇ ਅਥਵਾ ਵੱਡੇ ਰਾਜੇ ਹੋ ਕਰਕੇ, ਹਵੈ ਬੈਠਾ ਹੋ ਕਰਕੇ ਤੁਸੀਂ ਬੈਠ ਰਹੇ ਹੋ, ਵਿਰਾਜ ਰਹੇ ਹੋ। ਕਹੂੰ ਸਿਮਟ ਭਇਓ ਸੰਕਰੀ ਕੈਠਾ, ਅਤੇ ਕਦੀ ਤੁਸੀਂ ਕਿਥੇ ਜਗ੍ਹਾ ਤੇ ਸਿਮਟ ਭਇਓ। ਫਿਰ ਪੜ੍ਹਦੇ ਹੋ ਜੀ। ਕਹੂੰ ਸਿਮਟ ਭਇਓ ਸੰਕਰੀ ਕੈਠਾ, ਇਹ ਪਰਮੇਸ਼ਰ ਕਿਤੇ ਤਾਂ ਤੁਸੀਂ ਫੂਲ ਰਾਜਾ ਹੋ ਕੇ ਕਰਕੇ ਬੈਠ ਰਹੇ ਹੋ, ਤੇ ਕਹੂੰ ਸਿਮਟ ਭਇਓ, ਕਿਤੇ ਤੁਸੀਂ ਸਿਮਟ ਕਰਕੇ ਇਕੱਠੇ ਨਿਮਾਣੇ ਹੋ ਕਰਕੇ, ਨਿਤਾਣੇ ਹੋ ਕਰਕੇ ਬੈਠ ਰਹੇ ਹੋ। ਸ਼ੰਕਰ ਇਕੱਠਾ, ਸ਼ੰਕਰ ਜਿਸ ਪ੍ਰਕਾਰ ਨਾਲ ਜੋ ਸ਼ਿਵ ਜੀ ਹੈ ਉਹ ਸਮਾਧੀ ਲਾ ਕਰਕੇ ਸ਼ੁੰਗੜ ਕੇ ਬੈਠਾ ਹੈ, ਇਸ ਪ੍ਰਕਾਰ हे ਪਰਮੇਸ਼ਰ ਤੁਸੀਂ ਨਿਮਾਣੇ ਹੋ ਕੇ ਬੈਠ ਰਹੇ ਹੋ। ਇਸੇ ਪ੍ਰਕਾਰ ਫੂਲ ਰਾਜਾ, ਜੋ ਫੁੱਲ ਦਾ ਰਾਜਾ, ਜੋ ਬ੍ਰਹਮਾ ਨੂੰ ਕਿਹਾ ਗਿਆ ਹੈ, ਇਸ ਪ੍ਰਕਾਰ ਤੁਸੀਂ हे ਪਰਮੇਸ਼ਰ ਬ੍ਰਹਮਾ ਦੀ ਨਿਆਈ ਤੁਸੀਂ ਆਪ ਹੋ ਕਰਕੇ ਜੀਵਾਂ ਨੂੰ ਪੈਦਾ ਕਰ ਰਹੇ ਹੋ। ਅਤੇ ਕਹੂੰ ਸਿਮਟ ਭਇਓ ਸ਼ੰਕਰ ਇਕੱਠਾ, ਅਤੇ ਕਿਤੇ ਤੁਸੀਂ ਸ਼ੰਕਰ ਦੀ ਤਰ੍ਹਾਂ ਸ਼ਿਵ ਜੀ ਦੀ ਨਿਆਈ ਸੁੰਗੜ ਕੇ ਸਮਾਧੀ ਲਗਾ ਕਰਕੇ ਬੈਠੇ ਹੋ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਸਿਗਰੀ ਸਾਰੀ ਸ੍ਰਿਸ਼ਟੀ ਦਿਖਾਏ ਪਰਮੇਸ਼ਰ ਤੁਸੀਂ ਦਿਖਾਈ। ਅਚੰਭਵ, ਜਿਹੜਾ ਅਚੰਭਵ ਕੌਤਕ ਜਿਹੜਾ ਤੁਹਾਡਾ ਇਹ ਸਾਰੀ ਸ੍ਰਿਸ਼ਟੀ ਪੈਦਾ ਕਰਨਾ ਕੀਤੀ ਹੈ ਤੁਸੀਂ, ਇਹ ਸਾਨੂੰ ਦਿਖਾਈ ਹੈ, ਇਹ ਅਚੰਭਵ ਦਿਖਾਇਆ ਹੈ। ਸਿਗਰੀ, ਕਿਸੇ ਗੁਟਕਾ ਸਾਹਿਬਾਂ ਦੇ ਅੰਦਰ ਇਹ ਸਗਰੀ ਪਾਠ ਵੀ ਆਇਆ ਹੈ, ਪਰ ਸਾਰ ਸੰਗਤ ਜਿਹੜਾ ਸਿਗਰੀ ਸੱਸੇ ਨੂੰ ਸਿਹਾਰੀ ਨਾਲ ਇਹ ਮੁੱਖ ਪਾਠ ਹੈ, ਅਰਥ ਦੋਵਾਂ ਦੇ ਇੱਕ ਹੀ ਹਨ। ਆਦ ਜੁਗਾਦ ਸਰੂਪ ਸੁਯੰਭਵ, ਆਦ ਜੁਗਾਦ, ਆਦ ਤੋਂ ਆਰੰਭ ਤੋਂ ਅਤੇ ਜੁਗਾਂ ਜੁਗਾਂ ਦੇ ਅੰਦਰ ਸਰੂਪ ਤੁਹਾਡਾ ਜਿਹੜਾ ਸਰੂਪ ਹੈ ਇਹ ਪਰਮੇਸ਼ਰ ਸੁਯੰਭਵ, ਉਹ ਸਵਯੰਭਵ ਅਚਰਜ ਅਤੇ ਸਵੈ ਆਪਦੇ ਆਪ ਤੋਂ ਪੈਦਾ ਹੋਇਆ ਤੁਹਾਡਾ ਸਰੂਪ ਹੈ। ਤੁਸੀਂ ਇਹ ਪਰਮੇਸ਼ਰ ਜੋ ਇਹ ਪਸਾਰਾ ਅਚੰਭਵ ਸਾਨੂੰ ਦਿਖਾਉਣਾ ਕੀਤਾ ਹੈ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਬਣਾ ਕਰਕੇ ਇਹ ਸ੍ਰਿਸ਼ਟੀ ਨੂੰ ਤੇ ਜਿਹੜਾ ਅਚੰਭਵ ਦਿਖਾਉਣਾ ਕੀਤਾ ਹੈ, ਅਚਰਜ ਕੌਤਕ, ਆਦ ਜੁਗਾਦ ਸਰੂਪ ਸਿਯੰਭਵ। ਐਸੇ ਤੁਸੀਂ ਪਰਮੇਸ਼ਰ ਆਦ ਦੇ ਵਿੱਚ ਤੁਸੀਂ, ਜੁਗਾਂ ਦੇ ਵਿੱਚ ਵੀ ਤੁਸੀਂ, ਅਤੇ ਜਿਹੜਾ ਤੁਹਾਡਾ ਸਰੂਪ ਹੈ ਆਦ ਤੇ ਜੁਗਾਦ ਆਰੰਭ ਤੋਂ ਲੈ ਕੇ ਜੁਗਾਂ ਦੇ ਵਿੱਚ ਜਿਹੜਾ ਤੁਹਾਡਾ ਸਰੂਪ ਉਹ ਸਿਯੰਭਵ, ਤੁਸੀਂ ਆਪ ਸਵੈਮ ਆਪਦੇ ਆਪ ਤੋਂ ਹੀ ਪੈਦਾ ਹੋਏ ਹੋ, ਕਿਸੇ ਨੇ ਤੁਹਾਨੂੰ ਨਹੀਂ ਜਨਮ ਦੇਣਾ ਕੀਤਾ। ਅਬ ਰੱਛਾ ਮੇਰੀ ਤੁਮ ਕਰੋ, हे परमेश्वर ऐसे गुणा वाले, ऐसे स्वयं भाव, ऐसी सृष्टि पैदा करने वाले, सारे जीवां नूं जन्म देण वाले, उन्हां नूं खात्मा करन वाले, उन्हां नूं आपदे अंदर मिलाउण वाले, उन्हां नूं पैदा करन वाले ऐसे परमेश्वर हुण किरपा करो। अब रक्षा मेरी तुम करो, मेरी तुसीं रखिया करनी करो हर प्रकार दे नाल। सिख उबार सिख संगरो, ते ऐसी किरपा करो कि सिख उबार, ਜਿਹੜੇ ਤੁਹਾਡੇ ਸਿੱਖ ਹਨ ਨਾ,
ਜਿਹੜੇ ਗੁਰਾਂ ਦੇ ਸਨਮੁਖ ਹੋ ਕਰਕੇ, ਗੁਰਾਂ ਨੂੰ ਮੁਖੀ ਬਣਾ ਕਰਕੇ ਆਪਣਾ ਜੀਵਨ ਜਿਉਂਦੇ ਹਨ, ਉਹਨਾਂ ਨੂੰ ਉਬਾਰੋ, ਉਹਨਾਂ ਨੂੰ ਬਚਾ ਲਵੋ, ਅਥਵਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਦੇਵੋ ਅਤੇ ਅਸਿੱਖ ਸੰਘਰੋ। ਅਤੇ ਜਿਹੜੇ ਅਸਿੱਖ ਹਨ, ਜਿਹੜੇ ਸਤਿਗੁਰਾਂ ਦੇ ਸਿੱਖ ਨਹੀਂ, ਜਿਹੜੇ ਸਤਿਗੁਰਾਂ ਤੋਂ ਬੇਮੁਖ ਹਨ, ਜਿਹੜੇ ਸੰਸਾਰ ਦੇ ਵਿੱਚ ਵੱਧ ਫੈਲੀਆਂ ਹੀ ਉਹਨਾਂ ਨੇ ਫੈਲਾਉਣੀਆਂ ਹੈ, ਇਸ ਕਰਕੇ ਉਹਨਾਂ ਨੂੰ, ਹੇ ਪਰਮੇਸ਼ਰ ਤੁਸੀਂ ਸੰਘਾਰੋ, ਉਹਨਾਂ ਦਾ ਖਾਤਮਾ ਕਰਨਾ ਕਰੋ, ਕਿਉਂਕਿ ਉਹਨਾਂ ਨੇ ਸੰਸਾਰ ਦੇ ਅੰਦਰ ਰਹਿ ਕਰਕੇ ਕੁਕਰਮ ਹੀ ਕਰਨੇ ਹਨ ਅਤੇ ਵੱਧ ਫੈਲੀਆਂ ਹੀ ਦੂਸਰਿਆਂ ਨੂੰ ਵੀ ਖਰਾਬ ਕਰਨਾ ਹੈ। ਦੁਸ਼ਟ ਜਿਤੈ ਉਠਵਤ ਉਤਪਾਤਾ। ਦੁਸ਼ਟ ਜਿੱਤੇ, ਉਠਵਤ ਉਤਪਾਤਾ। ਉਠਵਤ ਉਤਪਾਤਾ ਭਾਵ ਉਪਦਰਵ ਉਠਾਉਣ ਵਾਲੇ, ਜੋ ਆਫਤਾਂ ਉਠਾਉਣ ਵਾਲੇ ਅਤੇ ਅਸ਼ਾਂਤੀ ਫੈਲਾਉਣ ਵਾਲੇ ਜਿਹੜੇ ਹਨ ਦੁਸ਼ਟ, ਜਿਹੜੇ ਉਪਦਰਵ ਉਠਾਉਣ ਵਾਲੇ, ਉਠਵਤ ਉਠਾਉਣ ਵਾਲੇ ਜਿਹੜੇ ਦੁਸ਼ਟ ਹਨ, हे ਪਰਮੇਸ਼ਰ ਸਕਲ ਮਲੇਸ਼ ਕਰੋਰਨ ਘਾਤਾ। ਐਸੇ ਦੁਸ਼ਟਾਂ ਦਾ, ਐਸੇ ਮਲੇਛਾਂ ਦਾ ਤੁਸੀਂ ਰਣ ਦੇ ਅੰਦਰ ਘਾਤ ਕਰਨਾ ਕਰੋ, ਖਾਤਮਾ ਕਰਨਾ ਕਰੋ, हे ਪਰਮੇਸ਼ਰ। ਜਿਹੜੇ ਉਪਦਰਵ ਉਠਾਉਂਦੇ ਹਨ, ਅਸ਼ਾਂਤੀ ਆਫਤਾਂ ਸੰਸਾਰ ਦੇ ਅੰਦਰ ਉਠਾ ਕੇ ਰੱਖਦੇ ਹਨ, ਐਸੇ ਦੁਸ਼ਟਾਂ ਨੂੰ, ਐਸੇ ਸਾਰੇ ਹੀ ਮਲੇਛਾਂ ਨੂੰ ਤੁਸੀਂ ਰਣ ਦੇ ਅੰਦਰ ਮਾਰਨਾ ਕਰੋ। ਜੇ ਅਸ ਤੁਜ ਤਵ ਸਰਨੀ ਪਰੇ। ਆਸ ਤੁਜ, ਕਿਰਪਾਨ ਦੀ ਤੁਜਾ ਵਾਲੇ, ਕਿਰਪਾਨ ਦੇ ਨਿਸ਼ਾਨ ਵਾਲੇ, हे ਪਰਮੇਸ਼ਰ। ਤਵ ਸਰਨੀ ਪਰੇ, ਤੁਹਾਡੀ ਸਰਨੀ ਆਣ ਕਰਕੇ ਪੈ ਗਏ ਜਿਹੜੇ ਵੀ, ਜੇ ਅਸ ਤੁਜ, ਜਿਹੜੇ ਤੁਹਾਡੀ हे ਪਰਮੇਸ਼ਰ ਸ਼ਰਨ ਆਣ ਕਰਕੇ ਪੈ ਗਏ। ਤਿਨ ਕੈ ਦੁਸ਼ਟ ਦੁਖਤ ਹੈ ਮਰੇ। ਤਿਨ ਕੇ ਦੁਸ਼ਟ, ਉਹਨਾਂ ਦੇ ਜਿਹੜੇ ਦੁਸ਼ਟ ਅਤੇ ਦੁੱਖ ਹਨ, ਹਵੈ ਮਰੇ, ਸਾਰੇ ਹੀ ਉਹ ਪਰਮੇਸ਼ਰ ਨੇ ਮਾਰਨਾ ਕਰ ਦਿੱਤੇ ਹਨ। ਸਤਿਗੁਰਾਂ ਦਾ ਬਚਨ ਹੈ ਨਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹੋ ਬਿਰਧ ਸੁਆਮੀ ਸੰਦਾ, ਕਿ ਜਿਹੜਾ ਸਤਿਗੁਰਾਂ ਦੀ ਸ਼ਰਨੀ ਵਿੱਚ ਆ ਜਾਂਦਾ ਹੈ, ਉਸ ਨੂੰ ਪਰਮੇਸ਼ਰ ਕੰਠ ਲਗਾਉਂਦੇ ਹਨ, ਉਸ ਨੂੰ ਰਾਖਦੇ ਹਨ, ਉਸ ਦੀ ਰੱਖਿਆ ਕਰਦੇ ਹਨ ਪਰਮੇਸ਼ਰ। ਤੇ ਇੱਥੇ ਸਤਿਗੁਰੂ ਫਰਮਾ ਰਹੇ ਕਿ ਹੇ ਅਸ ਤੁਜ ਪਰਮੇਸ਼ਰ, ਜਿਹੜੇ ਤੁਹਾਡੀ ਜੋ ਤਵ ਸਰਨੀ ਪਰੇ, ਜਿਹੜੇ ਤੁਹਾਡੀ ਸ਼ਰਨ ਵਿੱਚ ਆ ਗਏ, ਫਿਰ ਤਿੰਨ ਕੇ ਦੁਸ਼ਟ ਦੁਖਿਤ ਹਵੈ ਮਰੇ, ਸਾਰੇ ਉਹਨਾਂ ਦੇ ਦੁਖੀ, ਸਾਰੇ ਦੁਸ਼ਟ, ਮਾਨਸਿਕ ਰੂਪ ਅੰਦਰ ਜਿਹੜੇ ਵਿਕਾਰ ਅਤੇ ਪ੍ਰਤੱਖ ਰੂਪ ਵਿੱਚ ਜਿਹੜੇ ਦੁਸ਼ਟ ਦੁਸ਼ਮਣ ਜੋ ਦੁੱਖ ਹਨ, ਉਹ ਸਾਰੇ ਹੀ ਹੈ ਪਰਮੇਸ਼ਰ ਤੁਹਾਡੀ ਸ਼ਰਨ ਆਉਣ ਦੇ ਨਾਲ ਮਰ ਗਏ। ਪੁਰਖ ਜਵਨ ਪਗ ਪਰੇ ਤਿਹਾਰੇ। ਜਿਹੜੇ ਪੁਰਖ ਜਵਨ, ਜਿਹੜੇ ਪੁਰਖ ਪੱਗ ਪਰੇ, ਤੁਹਾਡੇ ਪੱਗ ਚਰਨਾਂ ਦੇ ਉੱਤੇ ਪਰੇ ਪੈ ਗਏ, ਤਿਹਾਰੇ ਭਾਵ ਹੈ ਪਰਮੇਸ਼ਰ ਤੁਹਾਰੇ ਜਿਹੜੇ ਪੁਰਖ, ਜਿਹੜੇ ਜੀਵ ਤੁਹਾਡੇ ਚਰਨਾਂ ਦੇ ਉੱਪਰ ਆਣ ਕਰਕੇ ਢਹਿ ਪਏ। ਤਿਨ ਕੈ ਤੁਮ ਸੰਕਟ ਸਭ ਟਾਰੇ। ਤਿਨ ਕੇ ਤੁਮ ਸੰਕਟ ਸਭ ਟਾਰੇ, ਉਹਨਾਂ ਦੇ ਤੁਸੀਂ ਹੈ ਪਰਮੇਸ਼ਰ ਸੰਕਟ, ਸਾਰੇ ਹੀ ਸੰਕਟ ਸੰਸਾਰ ਦੇ ਟਾਰੇ, ਉਹਨਾਂ ਦੇ ਤੁਸੀਂ ਸਭ ਟਾਰੇ, ਸਾਰੇ ਸੰਕਟ ਤੁਸੀਂ ਟਾਲਣਾ ਕਰ ਦਿੱਤੇ ਹਨ ਪਰਮੇਸ਼ਰ। ਜਿਹੜੇ ਪੁਰਖ ਤੁਹਾਡੇ ਚਰਨਾਂ ਤੇ ਆਣ ਕੇ ਡਿੱਗੇ, ਤੁਹਾਡੇ ਚਰਨਾਂ ਦਾ ਓਟ ਆਸਰਾ ਲਿਆ, ਤੁਸੀਂ ਉਹਨਾਂ ਦੇ ਸਾਰੇ ਸੰਕਟਾਂ ਨੂੰ ਟਾਲਣਾ ਟਾਲ ਦਿੱਤਾ ਜੀ। ਜੋ ਕਲ ਕੋ ਇੱਕ ਬਾਰ ਧਿਆ ਹੈ। ਜੋ ਕਲ ਕੋ, ਜੋ ਉਸ ਕਲ ਭਾਵ ਕਾਲਣ ਕੋ ਕਾਲ, ਮਹਾਕਾਲਣ ਕੋ ਕਾਲ, ਜੋ ਉਹ ਪਰਮੇਸ਼ਰ ਹੈ, ਜੋ ਕਲ ਕੋ ਇੱਕ ਵਾਰ ਧਿਆ ਹੈ, ਜਿਹੜੇ ਇੱਕ ਵਾਰ ਵੀ ਧਿਆਉਂਦੇ, ਧਿਆਨ ਲਾਉਣਾ ਕਰਦੇ ਹਨ ਉਸ ਪਰਮੇਸ਼ਰ ਦੇ ਨਾਮ ਦਾ। ਤਾਕੇ ਕਾਲ ਨਿਕਟ ਨਹਿ ਹੈ। ਫਿਰ ਤਾਕੇ ਕਾਲ ਨਿਕਟ ਨਹਿ ਹੈ, ਉਹਨਾਂ ਦੇ ਨੇੜੇ ਤੇੜੇ ਫਿਰ ਕਾਲ ਨਹੀਂ ਆਉਂਦਾ, ਮੌਤ ਜਮਾਂ ਦੀ ਫਾਹੀ ਉਹਨਾਂ ਦੇ ਨੇੜੇ ਤੇੜੇ ਨਹੀਂ ਆਉਂਦੀ, ਕਿਉਂਕਿ ਜਿਸ ਪ੍ਰਕਾਰ ਨਾਲ ਸਾਧ ਸੰਗਤ, ਮੌਤ ਤਾਂ ਸਾਰਿਆਂ ਨੂੰ ਹੀ ਆ ਜਾਂਦੀ ਹੈ, ਪਰ ਸਤਿਗੁਰਾਂ ਦੇ ਬਚਨ ਜਿਸ ਪ੍ਰਕਾਰ ਨਾਲ ਜਿਹੜੀ ਸ਼ੇਰਨੀ ਹੈ ਉਹ ਆਪਣੇ ਦੰਦਾਂ ਦੇ ਨਾਲ, ਆਪਣੇ ਚਬਾੜੇ ਦੇ ਨਾਲ, ਆਪਣੇ ਪੰਜਿਆਂ ਦੇ ਨਾਲ ਜੋ ਵੱਡੇ ਤੋਂ ਵੱਡੇ ਜਿਹੜੇ ਜੰਗਲ ਦੇ ਜੀਵ ਉਹਨਾਂ ਨੂੰ ਪਾੜ ਕਰਕੇ ਤਾਂ ਖਾਂਦੀ ਹੈ, ਪਰ ਜਿਸ ਸਮੇਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਤਾਂ ਉਹ ਸ਼ੇਰਨੀ ਆਪਣੇ ਜਿਹੜੇ ਛੋਟੇ ਬੱਚਿਆਂ ਨੂੰ ਉਹਨਾਂ ਦੰਦਾਂ ਦੇ ਨਾਲ ਉਸੇ ਮੂੰਹ ਦੇ ਵਿੱਚ ਪਾ ਕਰਕੇ ਤੇ ਨਦੀ ਦੇ ਕਿਨਾਰੇ ਲਿਜਾ ਕਰਕੇ ਬਚਾ ਲੈਂਦੀ ਹੈ। ਇਸ ਪ੍ਰਕਾਰ ਨਾਲ ਜਿਹੜਾ ਕਾਲ ਹੈ ਨਾ, ਸਾਧ ਸੰਗਤ ਜਿਹੜੇ ਪਰਮੇਸ਼ਰ ਨੂੰ ਇੱਕ ਵਾਰ ਵੀ ਧਿਆਉਣਾ ਕਰਦੇ ਹਨ, ਫਿਰ ਉਹਨਾਂ ਨੂੰ ਕਾਲ ਜਿਹੜਾ ਉਹ ਦੁਖਦਾਈ ਨਹੀਂ ਹੁੰਦਾ। ਕਾਲ ਆਉਂਦਾ ਤਾਂ ਹੈ, ਕਾਲ ਦੁਖਦਾਈ ਨਹੀਂ ਹੁੰਦਾ, ਕਾਲ ਦਾ ਡਰ ਖਤਮ ਹੋ ਜਾਂਦਾ ਹੈ ਉਹਨਾਂ ਦੇ ਅੰਦਰੋਂ। ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ, ਫਿਰ ਉਹ ਕਾਲ ਉਹਨਾਂ ਦੇ ਮੌਤ ਰੂਪੀ ਜਾਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਉਹ ਸੱਚਖੰਡ ਉਹਨਾਂ ਨੂੰ ਸ਼ੇਰਨੀ ਦੀ ਤਰ੍ਹਾਂ ਉਹ ਫਿਰ ਉਸੇ ਹੀ ਮੂੰਹ ਨਾਲ, ਜਿਨ੍ਹਾਂ ਦੇ ਨਾਲ ਉਹ ਜੀਵਾਂ ਨੂੰ ਮਾਰਦੇ ਹਨ, ਉਸੇ ਹੀ ਮੂੰਹ ਦੇ ਨਾਲ ਫਿਰ ਜਿਹੜੇ ਪਰਮੇਸ਼ਰ ਨੂੰ ਧਿਆਉਂਦੇ, ਫਿਰ ਕਾਲ ਜਿਹੜੇ ਜਮਦੂਤ ਫਿਰ ਉਹ ਸੱਚਖੰਡ ਵਿੱਚ ਲੈ ਕੇ ਜਾਂਦੇ ਹਨ।
ਜੋ ਪਰਮੇਸ਼ਰ ਨੂੰ ਧਿਆਉਂਦੇ ਹਨ। ਰੱਛਾ ਹੋਏ ਤਹੀਂ ਸਭ ਕਾਲਾ। ਰੱਛਾ ਹੋਏ, ਉਸ ਦੀ ਫਿਰ ਰੱਖਿਆ ਪਰਮੇਸ਼ਰ ਆਪ ਕਰਦਾ ਹੈ, ਪਰ ਉਸ ਦੀ ਰੱਖਿਆ ਹੁੰਦੀ ਹੈ ਤਾਂ ਇਹ ਸਭ ਕਾਲਾ, ਸਾਰੇ ਹੀ ਕਾਲ, ਸਾਰੇ ਸਮਿਆਂ ਦੇ ਅੰਦਰ ਉਸ ਦੀ ਰੱਖਿਆ, ਉਸ ਦੀ ਰੱਖ ਹੁੰਦੀ ਹੈ। ਦੁਸ਼ਟ ਅਰਿਸ਼ਟ ਰਹਿ ਤਤ ਕਾਲਾ। ਜਿਹੜੇ ਦੁਸ਼ਟ ਹਨ, ਜਿਹੜੇ ਮਨ ਦੇ ਦੁਸ਼ਟ ਹਨ, ਵਿਕਾਰ ਹਨ, ਅਤੇ ਅਰਿਸ਼ਟ ਜਿਹੜੇ ਵਿਘਨ ਹਨ, ਜਿਹੜੇ ਸੁਰਤੀ ਟਿਕਣ ਦੇ ਵਿੱਚ ਵਿਘਨ ਬਣਦੇ ਹਨ, ਵਿਕਾਰ ਅਤੇ ਸੰਸਾਰਕ ਕਾਰਜਾਂ ਦੇ ਅੰਦਰ ਜਿਹੜੇ ਵਿਘਨ ਬਣਦੇ ਹਨ, ਕੋਈ ਵੀ ਕਾਰਨ, ਉਹ ਪਰਮੇਸ਼ਰ ਨੇ ਕਿਰਪਾ ਕੀਤੀ। ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਉਹ ਫਿਰ ਉਹਦੇ ਤਤਕਾਲ ਛਿਨ ਸਮੇਂ ਦੇ ਵਿੱਚ ਹੀ ਟਲ ਗਏ। ਜਿਹੜੇ ਕਿਹਨਾਂ ਦੇ? ਜੋ ਕਾਲ ਕੋ ਇੱਕ ਵਾਰ ਧਿਆ ਹੈ, ਜਿਨ੍ਹਾਂ ਨੇ ਉਸ ਕਾਲ ਪਰਮੇਸ਼ਰ ਨੂੰ ਇੱਕ ਵਾਰ ਵੀ ਧਿਆਉਣਾ ਕੀਤਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਹੁ। ਕਿਰਪਾ ਦ੍ਰਿਸ਼ਟ ਤਨ, हे ਪਰਮੇਸ਼ਰ, ਇਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਉਂਦੇ ਹਨ, हे ਪਰਮੇਸ਼ਰ, ਜਿਨ੍ਹਾਂ ਦੇ ਉੱਤੇ ਤੁਸੀਂ ਕਿਰਪਾ ਦ੍ਰਿਸ਼ਟੀ ਨਾਲ, ਕਿਰਪਾ ਦ੍ਰਿਸ਼ਟ ਤਨ ਭਾਵ ਨਾਲ, ਕਿਰਪਾ ਦ੍ਰਿਸ਼ਟੀ ਨਾਲ ਜਾਹੇ ਨਿਹਾਰੋ, ਜਿਨ੍ਹਾਂ ਦੇ ਉੱਪਰ ਤੁਸੀਂ ਨਿਹਾਰੋ, ਨਿਗਾਹ ਮਾਰੀ, ਜਿਨ੍ਹਾਂ ਨੂੰ ਤੁਸੀਂ ਆਪਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਣਾ ਕੀਤਾ। ਤਾਕੇ ਤਾਪ ਤਨਕ ਮਹਿ ਹਰਹੁ। ਤਾਕੇ ਤਾਪ, ਉਹਨਾਂ ਦੇ ਫਿਰ ਜਿਹੜੇ ਤਾਪ ਸੰਤਾਪ ਹੁੰਦੇ ਹਨ ਸੰਸਾਰ ਦੇ ਜੀਵ ਨੂੰ ਵਿਆਪਦੇ ਹਨ। ਤਨਕ ਮਹਿ ਹਰਹੁ, ਤਨਕ ਛਿਣ ਮਾਤਰ ਸਮੇਂ ਦੇ ਵਿੱਚ ਤਤਕਾਲ ਹੀ ਹਰਹੁ, ਫਿਰ ਉਸ ਦੇ ਸਾਰੇ ਹੀ ਹਰੇ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਜਿਨ੍ਹਾਂ ਦੇ ਉੱਪਰ ਸਤਿਗੁਰੂ ਆਪਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖ ਲੈਣ। ਰਿੱਧ ਸਿੱਧ ਘਰ ਮੂਹ ਸਭ ਹੋਈ। ਫਿਰ ਉਹਨਾਂ ਦੇ ਘਰ ਦੇ ਅੰਦਰ ਰਿੱਧ ਸਿੱਧ ਭਾਵ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਸ ਸੰਸਾਰੀ ਘਰ ਦੇ ਅੰਦਰ, ਅਤੇ ਰਿੱਧ ਸਿੱਧ ਘਰ ਮੂਹ, ਉਹਨਾਂ ਦੇ ਜਿਹੜੇ ਹਿਰਦੇ ਘਰ ਅੰਦਰ ਜਿਹੜੀਆਂ ਰਿੱਧੀਆਂ ਸਿੱਧੀਆਂ, ਜੋ ਹਰੇਕ ਪ੍ਰਕਾਰ ਦੀ ਸ਼ਕਤੀ ਹੈ, ਹਰੇਕ ਪ੍ਰਕਾਰ ਦਾ ਜੋ ਕਰਨ ਯੋਗ ਸ਼ਕਤੀ ਉਹਨਾਂ ਦੇ ਅੰਦਰ ਸਭ ਹੋਈ, ਸਾਰੀ ਉਹਨਾਂ ਦੇ ਅੰਦਰ ਹੋ ਆਉਂਦੀ ਹੈ, ਆ ਜਾਂਦੀ ਹੈ। ਦੁਸ਼ਟ ਸ਼ਾਹ ਸਵੈ ਸਕੈ ਨ ਕੋਈ। ਅਤੇ ਦੁਸ਼ਟ ਜਿਹੜੇ ਹਨ, ਸੰਸਾਰੀ ਦੁਸ਼ਟ ਜੋ ਉਪਦਰਵ ਉਠਾਉਂਦੇ ਹਨ, ਸਤਿਗੁਰਾਂ ਨੇ ਅੱਗੇ ਫਰਮਾਇਆ ਸੀ ਨਾ, ਤੇ ਜੋ ਉਪਦਰਵ ਉਠਾਉਂਦੇ ਲੋਕਾਂ ਨੂੰ ਸੰਸਾਰੋਂ ਤੰਗ ਕਰਦੇ ਹਨ, ਅਸ਼ਾਂਤੀ ਫੈਲਾਉਂਦੇ ਹਨ, ਐਸੇ ਦੁਸ਼ਟ ਅਤੇ ਦੁਸ਼ਟ ਸ਼ਾਹ ਸ਼ਵੈ, ਜਿਹੜੇ ਐਸੇ ਦੁਸ਼ਟ ਹਨ, ਉਹਨਾਂ ਨੂੰ ਜਿਹੜੇ ਪਰਮੇਸ਼ਰ ਦੇ ਨਾਮ ਦਾ ਸਿਮਰਨ, ਪਰਮੇਸ਼ਰ 'ਚ ਧਿਆਨ ਲਾਉਂਦੇ, ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਪਾ ਦਿੱਤੀ, ਉਹਨਾਂ ਨੂੰ ਤਾਂ ਕੀ ਛੋਹਣਾ ਸੀ, ਉਹਨਾਂ ਦੀ ਤਾਂ ਉਹ ਪਰਛਾਈ ਨੂੰ ਵੀ ਉਹ ਛੋਹ ਨਹੀਂ ਸਕਦੇ। ਦੁਸ਼ਟ ਛਾਹ, ਉਹਨਾਂ ਦੀ ਪਰਛਾਈ ਨੂੰ ਛਵੈ ਸਕੈ ਨਾ ਕੋਈ। ਕੋਈ ਵੀ ਦੁਸ਼ਟ, ਕੋਈ ਵੀ ਉਪਦਰਵ ਉਠਾਉਣ ਵਾਲਾ ਸੰਸਾਰ ਦੇ ਅੰਦਰ ਅਤੇ ਮਨ ਦੇ ਅੰਦਰ ਦੁਸ਼ਟ, ਕੋਈ ਉਹਨਾਂ ਦੀ ਪਰਛਾਈ ਤੱਕ ਨੂੰ ਵੀ ਛੂਹ ਨਹੀਂ ਸਕਦਾ। ਏਕ ਬਾਰ ਜਿਨ ਤੁਮੈ ਸੰਭਾਰਾ। ਸਤਿਗੁਰੂ ਫਰਮਾਉਂਦੇ ਕਿ हे ਪਰਮੇਸ਼ਰ, ਏਕ ਬਾਰ, ਜਿਹਨੇ ਇੱਕ ਵਾਰ ਵੀ ਤੁਹਾਨੂੰ ਤੁਮੈ ਸੰਭਾਰਾ, ਤੁਹਾਨੂੰ ਸੰਭਾਲਣਾ ਕੀਤਾ, ਤੁਹਾਡਾ ਸਿਮਰਨ ਕਰਨਾ ਕੀਤਾ। ਕਾਲ ਫਾਸਤੇ ਤਾਹੇ ਉਬਾਰਾ। ਉਹਨਾਂ ਨੂੰ ਫਿਰ हे ਪਰਮੇਸ਼ਰ, ਤੁਸੀਂ ਕਾਲ ਫਾਸ, ਜਿਹੜੀ ਕਾਲ ਦੀ ਫਾਹੀ, ਕਾਲ ਦੇ ਫੰਦੇ ਤੋਂ, ਮੌਤ ਦੇ ਡਰ ਤੋਂ, ਮੌਤ ਦੇ ਸਮੇਂ ਜੋ ਫਾਹਾ ਗਲ 'ਚ ਪੈਂਦਾ ਹੈ, ਕਾਲ ਫਾਸ ਤੇ ਤਾਹੇ ਉਬਾਰਾ, ਉਹਨਾਂ ਨੂੰ ਤੁਸੀਂ ਫਿਰ ਉਬਾਰ ਲਿਆ, ਬਚਾਉਣਾ ਕੀਤਾ, ਤਾਰ ਦਿੱਤਾ। ਜਿਨ ਨਰ ਨਾਮ ਤਿਹਾਰੋ ਕਹਾ। ਜਿਨ ਨਰ ਨਾਮ, ਜਿਨ੍ਹਾਂ ਨਰਾਂ ਨੇ, ਜਿਸ ਜੀਵ ਨੇ ਨਾਮ ਤਿਹਾਰੋ ਕਹਾ, ਤੁਹਾਡਾ ਨਾਮ ਕਹਿਣਾ ਕੀਤਾ, ਸਿਮਰਨ ਕਰਨਾ ਕੀਤਾ, ਜਪਣਾ ਕੀਤਾ। ਦਾਰਿਦ ਦੁਸ਼ਟ ਦੋਖ ਤੇ ਰਹਾ। ਉਹਨਾਂ ਦੇ ਫਿਰ ਜਿਹੜੇ ਦਾਰਿਦ, ਦਲਿੱਦਰ ਅਤੇ ਦੁਸ਼ਟ ਹਨ ਜਿਹੜੇ, ਅਤੇ ਜਿਹੜੇ ਦੋਖ ਉਹਨਾਂ ਨੂੰ ਦੁਖੀ ਕਰਦੇ ਹਨ, ਤੇ ਰਹਾ, ਫਿਰ ਉਹਨਾਂ ਤੋਂ ਉਹ ਜੀਵ ਰਹਿ ਜਾਂਦਾ ਹੈ। ਸਤਿਗੁਰੂ ਫਰਮਾਉਂਦੇ ਵੀ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਖਿਣ ਮਾਤਰ ਉਸ ਨੂੰ ਧਿਆਉਣਾ ਕਰਦੇ ਹਨ, ਅਤੇ ਧਿਆਉਣ ਦੇ ਨਾਲ ਫਿਰ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰ ਲੈਂਦੇ ਹਨ, ਫਿਰ ਉਹਨਾਂ ਦੇ ਦਲਿੱਦਰ, ਦੁਸ਼ਟ ਅਤੇ ਦੁੱਖ ਸਾਰੇ ਨਾਸ ਹੋ ਜਾਂਦੇ ਹਨ। ਖੜਗ ਕੇਤ ਮੈਂ ਸਰਣ ਤਿਹਾਰੀ। ਹੇ ਖੜਗ ਕੇਤ ਪਰਮੇਸ਼ਰ, ਖੜਗ ਦੀ ਧੁਜਾ ਵਾਲੇ, ਖੜਗ ਕਿਰਪਾਨ ਦੇ ਨਿਸ਼ਾਨ ਵਾਲੇ ਐਸੇ ਹੈ ਪਰਮੇਸ਼ਰ, ਮੈਂ ਸਰਣ ਤਿਹਾਰੀ, ਕਿ ਮੈਂ ਤੁਹਾਡੀ ਪਰਮੇਸ਼ਰ ਜੀ ਸਰਣੀ ਵਿੱਚ ਆਇਆ ਹਾਂ, ਤੁਹਾਡੀ ਸ਼ਰਨ ਆਇਆ ਹਾਂ, ਮੈਨੂੰ ਰੱਖ ਲਵੋ ਜੀ। ਆਪ ਹਾਥ ਦੇ ਲਿਹੋ ਉਬਾਰੀ। ਆਪ ਹਾਥ, ਮੈਨੂੰ ਆਪਣਾ ਹੱਥ ਦੇ ਕਰਕੇ
ਲੇਹੋ ਉਬਾਰੀ, ਤੇ ਮੈਨੂੰ ਇਸ ਭਵਜਲ ਤੋਂ, ਸੰਸਾਰ ਸਮੁੰਦਰ ਤੋਂ ਤਾਰ ਲਵੋ। ਸਤਿਗੁਰੂ ਤਾਂ ਆਪ ਤਾਂ ਤਰੇ ਹੀ ਹੋਏ ਹਨ। ਇਹ ਸਾਡੇ ਬਾਬਤ ਬੇਨਤੀ ਕੀਤੀ ਹੈ ਕਿ ਅਸੀਂ ਕਿਸ ਪ੍ਰਕਾਰ ਸਤਿਗੁਰਾਂ ਅੱਗੇ ਬੇਨਤੀ ਕਰਨੀ ਹੈ ਕਿ ਹੇ ਸਤਿਗੁਰੂ, ਹੇ ਖੁੜਗਧਾਰੀ ਪਰਮੇਸ਼ਰ, ਤੁਹਾਡੀ ਸ਼ਰਣੀ ਆਏ ਹਾਂ ਤੇ ਸਾਨੂੰ ਆਪਣਾ ਹੱਥ ਦੇ ਕੇ ਉਬਾਰ ਲਵੋ, ਸਾਨੂੰ ਬਚਾ ਲਵੋ। ਸਰਬ ਠੌਰ ਮੋਹ ਸਹਾਈ, ਸਰਬ ਠੌਰ, ਹਰ ਇੱਕ ਥਾਂ ਤੇ ਮੋਹ ਹੋ ਸਹਾਈ, ਮੇਰੇ ਸਹਾਈ ਹੋਵੋ ਤੁਸੀਂ ਹਰ ਪ੍ਰਕਾਰ ਨਾਲ, ਹਰ ਜਗ੍ਹਾ ਤੇ, ਹਰ ਸਮੇਂ ਮੇਰੀ ਸਹਾਇਤਾ ਕਰਨਾ ਕਰੋ। ਦੁਸ਼ਟ ਦੋਖ ਤੇ ਲੇਹੋ ਬਚਾਈ, ਅਤੇ ਜਿਹੜੇ ਸੰਸਾਰ ਦੇ ਅੰਦਰ ਦੁਸ਼ਟ ਹਨ ਅਤੇ ਮਨ ਦੇ ਜੋ ਦੁਸ਼ਟ ਹਨ ਅਤੇ ਜੋ ਦੋਖ ਜਿਹੜੇ ਦੁਖੀ ਕਰਦੇ ਹਨ, ਦੁੱਖ ਹਨ, ਤੇ ਲੇਹੋ ਬਚਾਈ, ਇਹਨਾਂ ਨੂੰ ਹੇ ਪਰਮੇਸ਼ਰ ਇਹਨਾਂ ਤੋਂ ਸਾਨੂੰ ਬਚਾਉਣਾ ਕਰੋ, ਸਾਡਾ ਬਚਾਅ ਕਰ ਲਵੋ। ਕਿਰਪਾ ਕਰੀ ਹਮ ਪਰ ਜਗ ਮਾਤਾ, ਕਿਰਪਾ ਕਰੀ ਹਮ ਪਰ ਜਗ ਮਾਤਾ, ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਰਮੇਸ਼ਰ ਨੂੰ ਮਾਤਾ ਰੂਪ ਹੋ ਕਰਕੇ ਸੰਬੋਧਨ ਕਰ ਰਹੇ ਹਨ ਕਿ ਜਿਸ ਨੇ ਸਾਰੇ ਜਗਤ ਨੂੰ ਪੈਦਾ ਕਰਨਾ ਕੀਤਾ, ਐਸੇ ਹੀ ਮਾਤਾ ਸਰੂਪ ਪਰਮੇਸ਼ਰ। ਗੁਰਬਾਣੀ ਅੰਦਰ ਫਰਮਾਨ ਹੈ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਹੁ ਕਿਹਾ ਕਾੜਾ ਜੀਓ। ਕਿ ਹੇ ਪਰਮੇਸ਼ਰ, ਤੂੰ ਹੀ ਮੇਰਾ ਰਾਖਾ ਹੈ, ਤੂੰ ਹੀ ਮੇਰਾ ਮਾਤਾ, ਮੇਰਾ ਪਿਤਾ, ਤੇ ਤੂੰ ਹੀ ਮੇਰੀ ਮਾਤਾ, ਤੂੰ ਹੀ ਮੇਰਾ ਬੰਧਪ, ਰਿਸ਼ਤੇਦਾਰ, ਭੈਣ ਭਰਾ। ਹੇ ਪਰਮੇਸ਼ਰ, ਸਾਰੇ ਰਿਸ਼ਤੇ ਮੇਰੇ ਤੁਹਾਡੇ ਨਾਲ ਹੀ ਹਨ। ਤੇ ਇਸ ਪ੍ਰਕਾਰ ਸਤਿਗੁਰੂ ਇੱਥੇ ਫਰਮਾਉਂਦੇ ਕਿ ਕਿਰਪਾ ਕਰੀ ਹਮ ਪਰ ਜਗ ਮਾਤਾ, ਕਿ ਉਸ ਜਗ ਮਾਤਾ, ਜਗਤ ਦੀ ਮਾਤਾ ਜੋ ਪਰਮੇਸ਼ਰ ਹੈ, ਉਸ ਨੇ ਮੇਰੇ ਤੇ ਕਿਰਪਾ ਕਰਨਾ ਕੀਤੀ। ਸਾਧ ਸੰਗਤ, ਇੱਥੇ ਕਈ ਆਪਣੀ ਸੰਗਤ ਨੂੰ ਵੀ ਭੁਲੇਖਾ ਪਾਉਣ ਦਾ ਬੜਾ ਯਤਨ ਕਰਦੇ ਹਨ ਕਿ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਤਾ ਦੇ ਉਪਾਸਕ ਸਨ, ਕਿ ਇੱਥੇ ਉਹਨਾਂ ਨੇ ਮਾਤਾ ਦੀ ਕਿਰਪਾ ਮੰਗੀ, ਮਾਤਾ ਨੇ ਉਹਨਾਂ ਤੇ ਕਿਰਪਾ ਕੀਤੀ। ਪਰ ਸਾਧ ਸੰਗਤ ਜੀ, ਅਗਰ ਆਪਾਂ ਗੁਰਬਾਣੀ 'ਚ ਵੀ ਦੇਖਦੇ ਹਾਂ ਤਾਂ ਸਤਿਗੁਰਾਂ ਨੇ ਵੀ ਪਰਮੇਸ਼ਰ ਨੂੰ ਮਾਤਾ ਸਰੂਪ ਕਰਕੇ ਹੀ ਵਰਣਨ ਕੀਤਾ ਨਾ, ਕਿ ਤੂੰ ਮੇਰਾ ਪਿਤਾ ਤੇ ਤੂੰ ਹੈ ਮੇਰਾ ਮਾਤਾ। ਤੇ ਇਸ ਪ੍ਰਕਾਰ ਨਾਲ ਸਾਧ ਸੰਗਤ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਪਰਮੇਸ਼ਰ ਦੇ, ਅਕਾਲ ਪੁਰਖ ਦੇ ਹੀ ਉਪਾਸਕ ਹਨ। ਤੇ ਇਸ ਪ੍ਰਕਾਰ ਨਾਲ ਭਰਮ ਵਿੱਚ ਨਹੀਂ ਪੈਣਾ ਚਾਹੀਦਾ। ਸਤਿਗੁਰੂ ਫਰਮਾਉਂਦੇ ਹਨ ਕਿ ਉਹ ਐਸੇ ਪਰਮੇਸ਼ਰ ਨੇ, ਮਾਤਾ ਰੂਪ ਪਰਮੇਸ਼ਰ ਨੇ ਮੇਰੇ ਤੇ ਕਿਰਪਾ ਕਰਨਾ ਕੀਤੀ ਹੈ। ਗ੍ਰੰਥ ਕਰਾ ਪੂਰਨ ਸਭ ਰਾਤਾ, ਪਰਮੇਸ਼ਰ ਦੀ ਕਿਰਪਾ ਨਾਲ ਇਹ ਜਿਹੜਾ ਗ੍ਰੰਥ ਕਰਾ ਪੂਰਨ, ਜਿਹੜਾ ਗ੍ਰੰਥ ਜੋ ਚਰਿਤ੍ਰੋਪਖਿਆਨ ਗ੍ਰੰਥ ਦੀ ਕਥਾ ਇਹ ਚੱਲ ਰਹੀ ਸੀ, ਅਤੇ ਜੋ ਇਹ ਸੰਪੂਰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ, ਇਹ ਉਸ ਪਰਮੇਸ਼ਰ ਦੀ ਕਿਰਪਾ ਨਾਲ ਪੂਰਾ ਹੋਇਆ। ਅਤੇ ਸ਼ੁਭ ਕਰਾਤਾ ਅਤੇ ਸ਼ੁਭ ਰੀਤੀ, ਸ਼ੁਭ ਪ੍ਰੇਮ ਸਹਿਤ, ਸ਼ੁਭ ਰੀਤੀ ਸਹਿਤ ਇਹ ਗ੍ਰੰਥ ਪੂਰਾ ਹੋਇਆ ਪਰਮੇਸ਼ਰ ਦੀ ਕਿਰਪਾ ਸਦਕਾ। ਕਿਲਬਿਖ ਸਕਲ ਦੇਹ ਕੋ ਹਰਤਾ, ਐਸਾ ਜੋ ਪਰਮੇਸ਼ਰ ਹੈ, ਕਿਲਬਿਖ ਜੋ ਬੱਜਰ ਪਾਪ ਹਨ, ਜੋ ਸਰੀਰ ਦੇ, ਦੇਹ ਕੋ ਕਿਲਬਿਖ ਸਕਲ, ਜਿਹੜੇ ਸਾਰੇ ਸਰੀਰ ਦੇ ਬੱਜਰ ਪਾਪ ਅਥਵਾ ਜੋ ਬੱਜਰ ਕੋ ਰਹਿਤਾ, ਸਤਿਗੁਰਾਂ ਨੇ ਦਸੀਆਂ ਕੋ ਹਰਤਾ, ਐਸਾ ਉਹ ਪਰਮੇਸ਼ਰ ਉਹਨਾਂ ਨੂੰ ਹਰਨ ਵਾਲਾ ਹੈ, ਉਹਨਾਂ ਨੂੰ ਖਤਮ ਕਰਨ ਵਾਲਾ ਉਹ ਪਰਮੇਸ਼ਰ ਕਰ ਦਿੰਦਾ ਹੈ। ਦੁਸ਼ਟ ਦੋਖਿਨ ਕੋ ਸ਼ੈ ਕਰਤਾ, ਅਤੇ ਜਿਹੜੇ ਦੁਸ਼ਟ ਹਨ ਅਤੇ ਦੋਖੀ ਹਨ, ਦੁੱਖ ਦਿੰਦੇ ਹਨ ਕਿਸੇ ਪ੍ਰਕਾਰ ਨਾਲ, ਕੋ ਛੈ ਕਰਤਾ, ਉਹਨਾਂ ਦਾ ਛੈ ਕਰ ਦਿੱਤਾ, ਉਹਨਾਂ ਦਾ ਤੁਸੀਂ ਇਹ ਪਰਮੇਸ਼ਰ ਖਾਤਮਾ ਕਰ ਦਿੱਤਾ। ਐਸਾ ਪਰਮੇਸ਼ਰ ਸ਼ਕਤੀਸ਼ਾਲੀ ਹੈ, ਉਹ ਸਾਰੇ ਹੀ ਦੁਸ਼ਟਾਂ ਦਾ ਅਤੇ ਦੋਖੀਆਂ ਦਾ ਨਾਸ਼ ਕਰਨ ਵਾਲਾ ਹੈ। ਸ਼੍ਰੀਅਸ ਤੁਜ ਜਬ ਭਏ ਦਿਆਲਾ, ਸ੍ਰੀ ਜੋ ਸੁਭਾਏਮਾਨ, ਜੋ ਸ੍ਰੇਸ਼ਟ ਪਰਮੇਸ਼ਰ, ਅਸ ਤੁਜ ਕਿਰਪਾਨ ਦੀ ਤੁਜਾ ਵਾਲੇ, ਕਿਰਪਾਨ ਦਾ ਨਿਸ਼ਾਨ ਵਾਲੇ ਜੋ ਪਰਮੇਸ਼ਰ ਜੀ ਹਨ, ਜਬ ਭਏ ਦਿਆਲਾ, ਤੇ ਜਿਸ ਸਮੇਂ ਪਰਮੇਸ਼ਰ ਜੀ ਦਿਆਲ ਹੋਏ ਮੇਰੇ ਤੇ। ਪੂਰਨ ਕਰਾ ਗ੍ਰੰਥ ਤਤਕਾਲਾ, ਇਹ ਜਿਹੜਾ ਗ੍ਰੰਥ ਜੋ ਅਸੀਂ ਲਿਖ ਰਹੇ ਸਾਂ, ਪੂਰਨ ਕਰਾ ਤਤਕਾਲਾ, ਤਤਕਾਲ, ਥੋੜੇ ਹੀ ਸਮੇਂ ਦੇ ਅੰਦਰ, ਬੜੀ ਛੇਤੀ ਹੀ ਇਹ ਗ੍ਰੰਥ ਸਤਿਗੁਰਾਂ ਪਰਮੇਸ਼ਰ ਦੀ ਕਿਰਪਾ ਸਦਕਾ ਸੰਪੂਰਨ ਹੋ ਗਿਆ ਹੈ। ਮਨ ਬਾਂਛਤ ਫਲ ਪਾਵੈ ਸੋਈ, ਮਨ ਬਾਂਛਤ, ਅਤੇ ਉਹ ਮਨ ਬਾਂਛਤ, ਮਨ ਦੇ ਜੋ ਵੀ ਮਨ ਦੇ ਅੰਦਰ ਫੁਰਨੇ ਮੰਗਾਂ ਹਨ ਦਾਤਾਂ ਪ੍ਰਾਪਤ ਕਰਨ ਦੀ ਉਮੰਗ, ਮਨ ਬਾਂਛਤ ਫਲ ਪਾਵੈ ਸੋਈ, ਫਿਰ ਉਸ ਪ੍ਰਕਾਰ ਨਾਲ ਉਹ ਫਲ ਪਾਉਣਾ ਕਰੇਗਾ। ਦੁਖ ਨਾ ਤਿਸੈ ਵਿਆਪਤ ਕੋਈ, ਤੇ ਜਿਹੜਾ ਇਸ ਗ੍ਰੰਥ, ਇਸ ਪਵਿੱਤਰ ਗੁਰਬਾਣੀ ਨੂੰ ਪੜ੍ਹਨਾ ਕਰੇਗਾ, ਜੋ ਦਸਮ ਗ੍ਰੰਥ ਸਾਹਿਬ ਦੀ ਗੁਰਬਾਣੀ ਅਤੇ ਜੋ ਚਰਿਤ੍ਰੋਪਖਿਆਨ ਸਤਿਗੁਰਾਂ ਨੇ ਬਚਨ ਕੀਤਾ, ਅਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਗੁਰਬਾਣੀ ਹੈ,
ਉਹ ਮਨ ਬਾਂਛਤ ਫਲ ਪਾਵੈ ਸੋਈ। ਜਿਹੜਾ ਇਸ ਨੂੰ ਪੜ੍ਹੇਗਾ ਉਹ ਮਨ ਭਾਉਂਦੇ ਫਲ ਪਾਵੇਗਾ ਅਤੇ ਦੁੱਖ ਨਾ ਤਿਸੈ ਵਿਆਪਤ ਕੋਈ। ਫਿਰ ਉਸ ਨੂੰ ਕੋਈ ਦੁੱਖ ਕਿਸੇ ਵੀ ਪ੍ਰਕਾਰ ਦਾ ਉਸ ਨੂੰ ਵਿਆਪ ਨਹੀਂ ਸਕਦਾ, ਨਹੀਂ ਵਿਆਪੇਗਾ। ਅੜਿਲ ਸੁਨੇ ਗੁੰਗ ਜੋ ਯਾਹ ਸੋ ਰਸਨਾ ਪਾਵਈ। ਇਸ ਪ੍ਰਕਾਰ ਨਾਲ ਜੋ ਪਿੱਛੇ ਸਤਿਗੁਰਾਂ ਨੇ ਬੇਨਤੀ ਕੀਤੀ ਕਿ ਸ੍ਰੀ ਅਸਤੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ, ਜਿਸ ਪ੍ਰਕਾਰ ਨਾਲ ਸਤਿਗੁਰਾਂ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਹੈ ਕਿ ਤੁਹਾਡੀ ਕਿਰਪਾ ਸਦਕਾ ਇਹ ਗ੍ਰੰਥ ਲਿਖਣ ਦਾ ਜੋ ਕਾਰਜ ਸੰਪੂਰਨ ਹੋਇਆ, ਪੂਰਾ ਹੋਇਆ, ਇਸੇ ਪ੍ਰਕਾਰ ਨਾਲ ਆਪਾਂ ਵੀ ਸਤਿਗੁਰਾਂ ਅੱਗੇ ਬੇਨਤੀ ਹੈ, ਆਪਣੀ ਵੀ ਇਸ ਪ੍ਰਕਾਰ ਨਾਲ ਆਪਾਂ ਕਰਨੀ ਹੈ ਕਿ ਸਤਿਗੁਰੂ ਜਿਹੜੇ ਸਾਰੇ ਕਾਰਜ ਸਾਡੇ ਅਸੀਂ ਆਰੰਭਦੇ ਹਾਂ ਇਹ ਤੁਹਾਡੀ ਕਿਰਪਾ ਸਦਕਾ ਹੀ ਸੰਪੂਰਨ ਹੁੰਦੇ ਹਨ। ਜੋ ਸਾਰੇ ਕਾਰਜ ਜੋ ਅਸੀਂ ਚਾਹੁੰਦੇ ਹਾਂ, ਸਤਿਗੁਰਾਂ ਅੱਗੇ ਬੇਨਤੀ ਕਰਦੇ ਹਾਂ ਨਾ ਕਿ ਸਤਿਗੁਰੂ ਸਾਡੇ ਕਾਰਜ ਸੰਪੂਰਨ ਕਰੋ। ਹਰੇਕ ਕਾਰਜ ਦੇ ਆਰੰਭ ਉਤੇ ਆਪਾਂ ਕਰਦੇ ਹਾਂ ਅਰਦਾਸ ਬੇਨਤੀ ਸਤਿਗੁਰਾਂ ਪਾਸ ਕਿ ਸਤਿਗੁਰੂ ਸਾਡੇ ਕਾਰਜ ਸੰਪੂਰਨ ਕਰੋ। ਤੇ ਜੇ ਜਿਸ ਸਮੇਂ ਪੂਰੇ ਹੋ ਜਾਣ ਨਾ ਫਿਰ ਇਸ ਪ੍ਰਕਾਰ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਤੁਹਾਡੀ ਦਿਆਲਤਾ ਹੋਈ ਆ, ਇਸ ਕਰਕੇ ਇਹ ਸਾਡੇ ਸਾਰੇ ਕਾਰਜ ਸੰਪੂਰਨ ਹੋਏ ਹਨ। ਤੇ ਅੱਗੇ ਹੁਣ ਸਤਿਗੁਰੂ ਅੜੇਲ ਦੇ ਅੰਦਰ ਫਰਮਾ ਰਹੇ ਹਨ, ਸੁਨੈ ਗੁੰਗ ਜੋ ਯਾਸੋ ਰਸਨਾ ਪਾਵਈ। ਇਸ ਪਵਿੱਤਰ ਗੁਰਬਾਣੀ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੁਰਬਾਣੀ ਨੂੰ ਅਤੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੂੰ ਜਿਹੜਾ ਗੂੰਗਾ ਹੋਵੇ, ਜੇਕਰ ਉਹ ਇਸ ਨੂੰ ਸੁਣਨਾ ਕਰੇ, ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਉਹਨੂੰ ਫਿਰ ਪਰਮੇਸ਼ਰ ਰਸਨਾ ਜ਼ੁਬਾਨ ਬਖਸ਼ਿਸ਼ ਕਰ ਦਿੰਦੇ ਹੈ। ਐਸਾ ਫਲ ਹੈ ਇਸ ਗੁਰਬਾਣੀ ਦਾ। ਸੋ ਰਸਨਾ ਭਾਵ ਜੋ ਪ੍ਰੀਤੀ ਰੂਪ ਜ਼ੁਬਾਨ, ਜਿਸ ਦੇ ਅੰਦਰ ਸਤਿਗੁਰਾਂ ਪ੍ਰਤੀ, ਪਰਮੇਸ਼ਰ ਪ੍ਰਤੀ ਪ੍ਰੀਤ ਨਹੀਂ ਨਾ, ਪ੍ਰੀਤ ਦਾ ਜਲ ਨਹੀਂ ਅੰਦਰ ਸੋਕਾ ਪਿਆ ਹੋਇਆ ਹੈ, ਉਸ ਨੂੰ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਸੁਨੈ ਗੁੰਗ ਜੋ ਯਾਹੇ, ਜੋ ਆਣ ਕਰਕੇ ਪਰਮੇਸ਼ਰ ਦੀ ਗੁਰਬਾਣੀ ਨੂੰ ਸੁਣੇਗਾ ਸੋ ਰਸਨਾ ਪਾਵੇ, ਉਹ ਫਿਰ ਰਸਨਾ ਜੋ ਪ੍ਰਤੱਖ ਜ਼ੁਬਾਨ ਬੋਲਣਾ ਆ ਜਾਵੇਗਾ ਜਿਹੜਾ ਗੂੰਗਾ ਹੈ, ਅਤੇ ਜੋ ਹਿਰਦੇ ਦੇ ਅੰਦਰ ਜੋ ਉਸ ਦਾ ਪ੍ਰੇਮ ਨਹੀਂ ਨਾ, ਰਸਨਾ ਨਹੀਂ ਉਹਦੇ ਪਾਸ, ਉਹ ਸਤਿਗੁਰੂ ਬਖਸ਼ਿਸ਼ ਕਰ ਦੇਣਗੇ। ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਸੁਨੈ ਜੇਕਰ ਇਸ ਗੁਰਬਾਣੀ ਨੂੰ ਜਿਹੜਾ ਮੂਰਖ ਮਨੁੱਖ ਉਹ ਇਸ ਨੂੰ ਸੁਣਨਾ ਕਰੇ, ਸੁਨੈ ਮੂੜ ਚਿੱਤ ਲਾਏ, ਅਤੇ ਚਿੱਤ ਲਾ ਕੇ ਸੁਣੇ, ਚਤੁਰਤਾ ਆਵੇ, ਉਸ ਦੇ ਅੰਦਰ ਫਿਰ ਚਤੁਰਾਈ ਆ ਜਾਂਦੀ ਹੈ, ਉਹ ਚਤੁਰ ਸਿਆਣਾ ਬਣ ਜਾਂਦਾ ਹੈ ਇਸ ਗੁਰਬਾਣੀ ਨੂੰ ਸਰਵਣ ਕਰਕੇ। ਦੁੱਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹਿ। ਦੁੱਖ ਦਰਦ, ਜਿਹੜੇ ਦੁੱਖ ਅਤੇ ਜੋ ਦਰਦ ਹਨ ਅਤੇ ਜਿਹੜੇ ਭਉ ਹਨ, ਸਭ ਤੋਂ ਵੱਡਾ ਭਉ ਜਿਹੜਾ ਜਮਾਂ ਦੀ ਫਾਹੀ ਦਾ ਭਉ ਆਦਿਕ ਭਉ, ਨਿਕਟ ਨਾ ਤਿਨ ਨਰਕੇ ਰਹਿ, ਉਹਨਾਂ ਦੇ ਨਿਕਟ, ਉਹਨਾਂ ਦੇ ਪਾਸ ਫਿਰ ਨਹੀਂ ਰਹਿੰਦੇ, ਭਾਵ ਦੂਰ ਹੋ ਜਾਂਦੇ ਹਨ ਉਹਨਾਂ ਤੋਂ ਜੋ ਦੁੱਖ ਦਰਦ ਅਤੇ ਭਉ ਹਨ। ਹੋ ਜੋ ਯਾਕੀ ਇੱਕ ਬਾਰ ਚੌਪਈ ਕੋ ਕਹੈ। ਹੋ ਜੋ ਯਾਕੀ ਇੱਕ ਬਾਰ ਚੌਪਈ ਕੋ ਕਹੈ, ਜਿਹੜਾ ਇੱਕ ਬਾਰ ਵੀ ਚੌਪਈ ਸਾਹਿਬ ਦਾ ਪਾਠ ਕਰ ਲਵੇ, ਚੌਪਈ ਸਾਹਿਬ ਦੇ ਪਾਠ ਦੇ ਅਨੁਸਾਰ ਸਤਿਗੁਰਾਂ ਪਾਸ, ਚੌਪਈ ਸਾਹਿਬ ਦੇ ਪਾਠ ਦੇ ਦੁਆਰਾ ਸਤਿਗੁਰਾਂ ਪਾਸ ਜਿਹੜਾ ਇੱਕ ਵਾਰ ਵੀ ਆਪਣੀ ਬੇਨਤੀ ਕਰ ਦਵੇ, ਇੱਕ ਬਾਣੀ ਪੜ੍ਹ ਲਵੇ, ਇੱਕ ਬਾਰ ਚੌਪਈ ਕੋ ਕਹੈ, ਕਿ ਉੱਪਰਲੇ ਜਿਹੜੇ ਫਲ ਦੱਸੇ ਹਨ ਨਾ, ਜਿਹੜਾ ਗੂੰਗਾ ਰਸਨਾ ਉਸ ਨੂੰ ਜ਼ੁਬਾਨ ਲੱਗ ਜਾਂਦੀ ਹੈ, ਜਿਹੜਾ ਮੂਰਖ ਉਸ 'ਚ ਚਤੁਰਾਈ ਆ ਜਾਂਦੀ ਹੈ, ਅਤੇ ਉਸ ਦੇ ਦੁੱਖ ਦਰਦ ਭਉ ਉਹਦੇ ਨਿਕਟ ਨਹੀਂ ਆ ਸਕਦੇ। ਇਹ ਜੋ ਫਲ, ਇਹ ਚੌਪਈ ਸਾਹਿਬ ਬਾਣੀ ਪੜ੍ਹਨ ਦਾ ਫਲ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕਿ ਜਿਹੜਾ ਇੱਕ ਵਾਰ ਚੌਪਈ ਸਾਹਿਬ ਦਾ ਵੀ ਪਾਠ ਕਰਦਾ ਹੈ, ਉਸ ਦੇ ਸਾਰੇ ਦੁੱਖ ਦਰਿਦਰ ਚਿੱਤ ਲਾ ਕੇ, ਸਤਿਗੁਰਾਂ ਨੇ ਕਿਹਾ ਨਾ ਸੁਨੈ ਮੂੜ ਚਿੱਤ ਲਾਏ, ਚਿੱਤ ਲਾ ਕਰਕੇ ਪੜ੍ਹਦਾ ਹੈ, ਉਸ ਨੂੰ ਫਿਰ ਇਹ ਸਤਿਗੁਰ ਬਖਸ਼ਿਸ਼ਾਂ ਕਰ ਦਿੰਦੇ ਹਨ। ਚੌਪਈ ਸੰਬਤ ਸਤਰ ਸਹਿਸ ਪਨੀਜੈ। ਇਸ ਪ੍ਰਕਾਰ ਨਾਲ ਸਤਿਗੁਰੂ ਹੁਣ ਇਸ ਚੌਪਈ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ ਕਿ ਜੋ ਇਹ ਚੌਪਈ ਸਾਹਿਬ ਅਤੇ ਜੇ ਇਹ ਜੋ ਚਰਿਤ੍ਰੋਪਖਿਆਨ ਗ੍ਰੰਥ ਦੀ ਸੰਪੂਰਨਤਾ ਹੋਈ, ਇਹ ਕਿਹੜੀ ਜਗ੍ਹਾ ਤੇ ਅਤੇ ਕਿਸ ਸਮੇਂ ਹੋਈ, ਸਤਿਗੁਰੂ ਫਰਮਾ ਰਹੇ ਹਨ। ਚੌਪਈ ਸੰਬਤ ਸਤਰ ਸਹਸ ਪਨੀਜੈ। ਸੰਬਤ 17 ਸਹਿਸ ਪਣੀਜੈ, ਜਿਹੜੀ ਸੰਮਤ, ਜਿਹੜੀ ਬਿਕਰਮੀ ਸੰਮਤ 17 ਸਹਿਸ 1700 ਪਣੀਜੈ ਕਹਿ ਰਹੇ ਹਾਂ, ਭਾਵ ਸੰਮਤ ਜਿਹੜੀ 1700। ਅਰਧ ਸਹਸ ਫੂਨ ਤਿੰਨ ਕਹੀਜੈ। ਅਰਧ ਸਹਿਸ ਫੁਨ ਤੀਨ ਕਹੀਜੈ, ਅਤੇ ਅਰਧ ਸਹਿਸ ਅੱਧੀ ਸਦੀ ਭਾਵ 50 ਸਾਲ, ਫੁਨ ਤੀਨ ਅਤੇ ਫਿਰ 3 ਕਹਿ ਰਹੇ ਹਾਂ,
ਇਸ ਪ੍ਰਕਾਰ ਜੋ ਬਣਿਆ 1753 ਬਿਕਰਮੀ ਸੰਮਤ ਜੋ ਬਣ ਰਹੀ ਹੈ। ਭਾਦਰਵ ਸੁਦੀ ਅਸ਼ਟਮੀ ਰਵਵਾਰਾ। ਸਤਿਗੁਰਾਂ ਨੇ ਇਹ ਜੋ ਪਵਿੱਤਰ ਗ੍ਰੰਥ, ਇਹ ਜੋ ਪਵਿੱਤਰ ਚੌਪਈ ਸਾਹਿਬ ਦੀ ਗੁਰਬਾਣੀ, ਇਹ 1753 ਬਿਕਰਮੀ ਸੰਮਤ ਦੇ ਅੰਦਰ ਭਾਦਰਵ ਸੁਦੀ ਅਸ਼ਟਮੀ ਅਤੇ ਜਿਹੜੀ ਭਾਦੋ ਦੀ ਸੁਦੀ 8 ਨੂੰ ਰਵਿਵਾਰਾ ਐਤਵਾਰ ਵਾਲੇ ਦਿਨ ਇਹ ਸੰਪੂਰਨ ਕਰਨਾ ਕੀਤੀ। ਤੀਰ ਸਤਦਰਵ ਗ੍ਰੰਥ ਸੁਧਾਰਾ। ਅਤੇ ਤੀਰ ਭਾਵ ਸਤਦਰਵ ਜਿਹੜਾ ਸਤਲੁਜ ਦਰਿਆ ਹੈ ਉਸ ਦੇ ਕਿਨਾਰੇ ਉਤੇ ਗ੍ਰੰਥ ਸੁਧਾਰਾ। ਇਹ ਗ੍ਰੰਥ ਜੋ ਚੌਪਈ ਸਾਹਿਬ ਜੋ ਚਰਿਤ੍ਰ ਵਿਗਿਆਨ ਗ੍ਰੰਥ ਇਹ ਸੰਪੂਰਨ ਹੋਇਆ ਹੈ। ਇਸ ਪ੍ਰਕਾਰ ਜੋ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਜੋ ਗੁਰਦੁਆਰਾ ਬਿਪੌਰ ਸਾਹਿਬ ਸੁਸ਼ੋਭਿਤ ਹੈ, ਉੱਥੇ ਸਤਿਗੁਰਾਂ ਨੇ ਜੋ ਸ੍ਰੀ ਚੌਪਈ ਸਾਹਿਬ ਜੀ ਦਾ ਪਵਿੱਤਰ ਪਾਠ ਇਹ ਸਤਿਗੁਰਾਂ ਨੇ ਉਚਾਰਨ ਕਰਨਾ ਕੀਤਾ ਸੀ। ਸੰਗਤ ਉੱਥੇ ਜਾਂਦੀ ਹੈ ਦਰਸ਼ਨਾਂ ਨੂੰ ਤੇ ਉੱਥੇ ਜਾ ਕਰਕੇ ਚੌਪਈ ਸਾਹਿਬ ਦੇ ਪਾਠ ਕਰਦੀ ਹੈ ਪ੍ਰੇਮ ਦੇ ਨਾਲ ਕਿ ਇਸ ਜਗ੍ਹਾ ਤੇ ਸਤਿਗੁਰਾਂ ਨੇ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਉਚਾਰਿਆ, ਇੱਥੇ ਸੰਪੂਰਨ ਹੋਇਆ। ਤੇ ਇਹ ਫਿਰ ਜੋ ਫਲ ਹਨ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨਾ ਚੌਪਈ ਸਾਹਿਬ ਪੜ੍ਹਨ ਦੇ, ਇਹ ਫਿਰ ਸੰਗਤਾਂ ਨੂੰ ਇਹ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹਨ। ਈਤ ਸ਼੍ਰੀ ਚਰਿਤ੍ਰੋ ਪਖਿਆਨੇ। ਇਤ ਸ੍ਰੀ ਚਰਿਤ੍ਰੋ ਅਤੇ ਇਹ ਜੋ ਉਪਰੋਕਤ ਚਰਿਤ੍ਰੋ ਪਖਿਆਨੇ ਜੋ ਚਰਿਤਰਾਂ ਦਾ ਪਖਿਆਨ ਕਰ ਰਹੇ ਸਾਂ। ਤ੍ਰਿਆ ਚਰਿਤਰੇ ਮੰਤਰੀ ਭੂਪ ਸੰਭਾਦੇ। ਤ੍ਰਿਆ ਚਰਿਤਰੇ ਜੋ ਇਸਤਰੀਆਂ ਦੇ ਅਤੇ ਚਰਿੱਤਰ ਅਤੇ ਮੰਤਰੀ ਭੂਪ ਜੋ ਮੰਤਰੀ ਸੁਬੁੱਧ ਜਿਹੜਾ ਮੰਤਰੀ ਹੋਇਆ ਹੈ ਅਤੇ ਭੂਪ ਜਿਹੜਾ ਰਾਜਾ ਚਿੱਤਰ ਸਿੰਘ, ਇਹਨਾਂ ਦੇ ਅੰਦਰ ਜੋ ਸੰਵਾਦ ਹੋਇਆ, ਗੱਲਬਾਤ ਹੋਈ, ਉਸ ਦਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਉਲੱਥਾ ਅਨੁਵਾਦ ਕਰਕੇ ਜੋ ਖਾਲਸੇ ਨੂੰ ਬਖਸ਼ਿਸ਼ ਕੀਤਾ ਕਿ ਇਹਨਾਂ ਛਾਲ ਕਪੜਾਂ ਤੋਂ ਖਾਲਸੇ ਨੇ ਬਚਣਾ ਹੈ, ਉਹ ਇਹ ਜੋ ਗ੍ਰੰਥ ਇਹ ਹੁਣ ਸੰਪੂਰਨ ਕਰਦੇ ਹਾਂ, ਸੰਪੂਰਨ ਹੋਇਆ ਹੈ। 405 ਚਰਿਤ੍ਰ ਸਮਾਪਤ। ਇੱਥੇ 405 ਜਿਹੜੇ ਸਤਿਗੁਰਾਂ ਨੇ ਚਰਿਤ੍ਰ ਬਖਸ਼ਿਸ਼ ਕਰਨਾ, ਉਚਾਰਨ ਕਰਨਾ ਕੀਤੇ, ਉਹ ਇੱਥੇ ਸੰਪੂਰਨ ਹੋ ਰਹੇ ਹਨ। ਮਸਤ ਸੁਭ ਮਸਤ ਅਫਜੂਮ। ਮਸਤ ਸੁਭ ਮਸਤ ਅਫਜੂਮ ਅਤੇ ਇਹ ਜਿਹੜਾ ਸੰਪੂਰਨਤਾ ਹੋਈ ਹੈ ਮਸਤ ਸੁਭ ਬੜੇ ਹੀ ਸ਼ੁਭ ਪ੍ਰੀਤੀ ਨਾਲ, ਸ਼ੁਭ ਰੀਤ ਦੇ ਨਾਲ ਇਹ ਜੋ ਸੰਪੂਰਨਤਾ ਹੋਈ ਹੈ ਸਤਿਗੁਰਾਂ ਨੇ ਇਹ ਜੋ ਚਰਿਤ੍ਰ ਪਖਿਆਨ ਗੁਰਬਾਣੀ ਦੀ ਸੰਪੂਰਨਤਾ ਕੀਤੀ ਹੈ। ਅਫਜੂ ਤੋਂ ਭਾਵ ਅੱਗੇ ਹੋਰ ਪ੍ਰਸੰਗ ਚੱਲਦਾ ਹੈ, ਪਰ ਇੱਥੇ ਜੋ ਚੌਪਈ ਸਾਹਿਬ ਦੇ ਅੰਦਰ ਜੋ ਚਰਿਤ੍ਰ ਪਖਿਆਨ ਗੁਰਬਾਣੀ ਦਾ ਜੋ ਪ੍ਰਸੰਗ ਅਤੇ ਜੋ ਚੌਪਈ ਸਾਹਿਬ ਹੈ ਉਹ ਇੱਥੇ ਉਹ ਪ੍ਰਸੰਗ ਜੋ ਉਹ ਸ਼ਬਦ ਹਨ ਉਹ ਇੱਥੋਂ ਤੱਕ ਸਮਾਪਤ ਹੁੰਦੇ ਹਨ। ਅਤੇ ਇਸ ਤੋਂ ਬਾਅਦ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਫਰਮਾ ਰਹੇ ਹਨ, ਉਹ ਆਪਾਂ ਸਰਵਣ ਕਰਨਾ ਕਰੀਏ ਜੀ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ। हे ਪਰਮੇਸ਼ਰ ਸਾਨੂੰ ਦਾਸ ਜਾਣ ਕਰਕੇ ਆਪਣੇ ਦਰ ਦਾ ਦਾਸ ਜਾਣ ਕਰਕੇ ਕੀਜੈ ਕਿਰਪਾ ਅਪਾਰ, ਸਾਡੇ ਤੇ ਅਪਾਰ ਬੜੀ ਅਪਾਰ ਮਿਹਰ ਕਰਨਾ ਕਰੋ, ਸਾਡੇ ਤੇ ਕਿਰਪਾ ਕਰੋ ਆਪਣਾ ਦਾਸ ਜਾਣ ਕੇ। ਆਪ ਹਾਥ ਦੇ ਰਾਖ ਮੋਹੇ ਮਨ ਕਰਮ ਬਚਨ ਵਿਚਾਰ। ਆਪ ਹਾਥ ਦੇ ਰਾਖ ਮੋਹੇ, ਤੁਸੀਂ ਆਪ ਮੈਨੂੰ ਹੱਥ ਦੇ ਕੇ ਰੱਖ ਲਓ ਅਥਵਾ ਤੁਸੀਂ ਆਪਣਾ ਹੱਥ ਦੇ ਕੇ ਮੈਨੂੰ ਮੇਰੀ ਰੱਖਿਆ ਕਰਨਾ ਕਰੋ। ਮਨ ਕਰਮ ਬਚਨ ਵਿਚਾਰ ਅਤੇ ਮਨ ਕਰਕੇ ਕਰਮਾਂ ਕਰਕੇ ਵੀ ਮਨ ਕਿਤੇ ਹੋਰ ਪਾਸੇ ਨੂੰ ਨਾ ਦੌੜੇ ਤੁਹਾਡੇ ਚਰਨਾਂ ਨੂੰ ਛੱਡ ਕੇ, ਕਰਮਾਂ ਕਰਕੇ ਕਿ ਕੋਈ ਕਰਮ ਮਾੜਾ ਨਾ ਹੋ ਜਾਵੇ, ਜੋ ਤੁਸੀਂ ਜਿਸ ਪਾਸੇ ਤੁਸੀਂ ਵਰਜਦੇ ਹੋ ਉਹ ਕਾਰਜ ਨਾ ਕਰਮ ਨਾ ਹੋ ਜਾਵੇ। ਅਤੇ ਬਚਨ ਸਾਡੇ ਕੋਲ ਕੁਝ ਬੋਲਿਆ ਨਾ ਜਾਵੇ ਜਿਸ ਨਾਲ ਕਿਸੇ ਦਾ ਹਿਰਦਾ ਦੁਖੇ, ਜਿਹੜਾ ਗੁਰਬਾਣੀ ਤੋਂ ਉਲਟ ਹੋ ਕਰਕੇ ਗੁਰਬਾਣੀ ਦੇ ਹੁਕਮ ਦੇ ਉਲਟ ਹੋ ਕਰਕੇ ਕੋਈ ਐਸਾ ਬਚਨ ਨਾ ਸਾਡੇ ਕੋਲ ਬੋਲਿਆ ਜਾਵੇ। ਅਤੇ ਵਿਚਾਰ ਸਾਡੇ ਮਨ 'ਚ ਸਾਡੇ ਵਿਚਾਰਾਂ 'ਚ ਵੀ ਕੋਈ ਐਸਾ ਖਿਆਲ ਨਾ ਚੱਲੇ ਜਿਹੜਾ ਗੁਰਬਾਣੀ ਤੋਂ ਤੁਹਾਡੇ ਹੁਕਮਾਂ ਤੋਂ ਉਲਟ ਹੋਵੇ। ਇਹ ਸਤਿਗੁਰੂ ਕਹਿੰਦੇ ਕਿ ਐਸੀ ਸਾਡੇ ਤੇ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮੇਸ਼ਰ ਅੱਗੇ ਅਰਦਾਸ ਕਰਦੇ ਆ ਤੇ ਆਪਾਂ ਵੀ ਸਤਿਗੁਰਾਂ ਅੱਗੇ ਇਸ ਪ੍ਰਕਾਰ ਨਾਲ ਅਰਦਾਸ ਕਰਨੀ ਕਿ ਸਤਿਗੁਰੂ ਕਿਰਪਾ ਕਰੋ ਸਾਡੇ ਤੇ, ਆਪ ਹਾਥ ਦੇ ਰਾਖ ਮੋਹੇ, ਸਾਡੀ ਆਪਣੀ ਹੱਥ ਦੇ ਕੇ ਰੱਖਿਆ ਕਰੋ। ਮਨ ਕਰਕੇ ਕਰਮਾਂ ਕਰਕੇ ਬਚਨ ਕਰਕੇ ਅਤੇ ਵਿਚਾਰਾਂ ਕਰਕੇ ਸਾਡੀ ਰੱਖਿਆ ਕਰੋ। ਇਹ ਸਤਿਗੁਰੂ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਅੰਦਰ ਬਚਨ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਸੋ ਅੱਗੇ ਜੋ ਸ਼ਬਦ ਆਉਣਗੇ ਉਹ ਜੋ ਅਗਲਾ ਜੋ ਸ਼ਬਦ ਹੈ ਉਹ ਜਿਹੜਾ ਸਤਿਗੁਰਾਂ ਨੇ 24 ਅਵਤਾਰਾਂ ਦੀ ਗੁਰਬਾਣੀ ਪਵਿੱਤਰ ਰਚਨਾ ਕੀਤੀ, ਉਸ ਦੇ ਅੰਦਰ ਜੋ ਕ੍ਰਿਸ਼ਨਾ ਅਵਤਾਰ ਹੈ ਉਸ ਦੇ ਅੰਦਰ ਜੋ ਸਤਿਗੁਰਾਂ ਦਾ ਉਹ ਬਚਨ ਹੈ ਉਹ ਆ ਰਹੇ ਹਨ। ਜੋ ਅਗਲੇਰੇ ਬਚਨ ਉਹ ਆਪਾਂ ਸਤਿਗੁਰੂ ਕਿਰਪਾ ਕਰਨ ਅਗਲੇ ਦੀਵਾਨਾਂ ਅੰਦਰ ਸਰਵਣ ਕਰਾਂਗੇ।
ਸੋ ਇੱਥੋਂ ਤੱਕ ਸਤਿਗੁਰਾਂ ਨੇ ਬਖਸ਼ਿਸ਼ ਕਰਨਾ ਕੀਤੀ। ਜੋ ਸ੍ਰੀ ਚੌਪਈ ਸਾਹਿਬ ਦੀ ਗੁਰਬਾਣੀ ਇੱਥੇ ਸੰਪੂਰਨ ਹੋਈ ਤੇ ਉਸ ਤੋਂ ਬਾਅਦ ਜੋ ਇੱਕ ਸ਼ਬਦ ਆ ਰਿਹਾ ਹੈ ਜੋ ਉਹ ਵੀ ਸਰਵਣ ਕਰਨਾ ਕੀਤਾ ਅਤੇ ਬਾਕੀ ਕੱਲ ਦੇ ਦੀਵਾਨਾਂ 'ਚ ਸਤਿਗੁਰੂ ਕਿਰਪਾ ਕਰਨ। ਕਥਾ ਵਿਚਾਰਾਂ ਕਰਦਿਆਂ ਗੁਰਬਾਣੀ ਉਚਾਰਨ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਣ ਹਾਰ ਬਖਸ਼ਣ ਯੋਗ ਹਨ। ਬਖਸ਼ ਲੈਣ ਜੀ। ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ। ਸੋ ਹੁਣ ਆਖਰੀ ਪੰਕਤੀਆਂ ਪੜ੍ਹ ਕੇ ਸਾਰੀ ਹੀ ਸਮਾਪਤੀ ਹੈ ਜੀ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਆਪ ਹਾਥ ਦੇ ਰਾਖ ਮੋਹਿ ਮਨ ਕਰਮ ਬਚਨ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास। हे पूरन हे सर्ब मैं दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे है भी होवन हार। हे संतह कै सदा संग निधारा आधार। हे ठाकुर हाँ दासरो मैं निर्गुण गुण नहीं कोय। नानक दीजै नाम दान राखो हिया परोए। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सोतरे पार। जो शरदा कर सेव दे गुर पार उतारन हार। जो शरदा कर सेव दे गुर पार उतारन हार। वाहिगुरु जी का खालसा वाहिगुरु जी की फतेह।